ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚਵਰ ਤਖਤ ਦੇ ਮਾਲਕ, ਕਾਇਨਾਤ ਦੇ ਬੋਇਥੇ, ਇਸ ਭਵਜਲ ਦੇ ਵਿੱਚੋਂ ਸ਼ਬਦ ਸਰੂਪੀ ਬੇੜਾ ਬਣਾ ਕੇ ਤਾਰਨ ਵਾਲੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ, ਜਿਨ੍ਹਾਂ ਦੀ ਅਗਵਾਈ ਹੇਠ, ਹਜ਼ੂਰੀ ਹੇਠ ਆਪਾਂ ਅੱਜ ਰਲ ਮਿਲ ਕੇ ਗੁਰਬਾਣੀ ਗੁਰੂ ਦੇ ਖਜ਼ਾਨੇ ਦੀ ਵਿਚਾਰ ਕਰਨ ਦਾ ਆਪਾਂ ਨੂੰ ਸਮਾਂ ਮਿਲਿਆ। ਬਹੁਤ ਸਮੇਂ ਤੋਂ ਆਪਾਂ ਦੇਖ ਰਹੇ ਹਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜੋ ਬਾਣੀ ਹੈ, ਸਹਿਜ ਦੀ ਬਾਣੀ ਹੈ, ਇਸ ਨੂੰ ਪੜ੍ਹਦੇ ਤਾਂ ਬਹੁਤ ਸਾਰੇ ਜੀਵ ਨੇ। ਸੰਸਾਰ ਨਿਤ ਦਾ ਨਿਤ ਗੁਰਬਾਣੀ ਗੁਰੂ ਨੂੰ ਪੜ੍ਹ ਰਿਹਾ, ਇਹਨਾਂ ਦੇ ਬਚਨਾਂ ਨੂੰ ਪੜ੍ਹ ਰਿਹਾ, ਪਰ ਜੋ ਇਹਨਾਂ ਦੇ ਵਿੱਚ ਖਜ਼ਾਨਾ ਹੈ, ਇਹਨਾਂ ਬਚਨਾਂ ਨੂੰ ਪੜ੍ਹਨ 'ਤੇ ਜੋ ਰਤਨਾਂ ਦੀ ਪ੍ਰਾਪਤੀ ਹੋਣੀ ਸੀ, ਉਹ ਕਿਸੇ ਵਿਰਲੇ ਨੂੰ ਹੋ ਰਹੀ ਹੈ। ਕਿਉਂਕਿ ਗੁਰਬਾਣੀ ਸੱਚੇ ਪਾਤਸ਼ਾਹ ਦਾ ਜੋ ਇਹ ਬਚਨ ਨੇ, ਇਹ ਪੜ੍ਹਨ ਦਾ ਵਿਸ਼ਾ ਨਹੀਂ। ਇਹ ਕੋਈ ਐਸਾ ਮੰਤਰ, ਕੋਈ ਕਾਲਾ ਜਾਦੂ, ਕੋਈ ਚਿੱਟਾ ਜਾਦੂ, ਉਸ ਤਰੀਕੇ ਦੇ ਮੰਤਰ ਨਹੀਂ ਹੈ। ਇਹਨਾਂ ਦੇ ਵਿੱਚ ਬ੍ਰਹਮ ਦੀ ਕਹਾਣੀ ਦਾ ਭੇਤ ਦਿੱਤਾ ਹੋਇਆ ਵੀ ਆਪਾਂ ਸੱਚ ਦੇ ਨਾਲ ਮਿਲਾਪ ਕਿਵੇਂ ਕਰ ਸਕਦੇ ਹਾਂ। ਆਪਾਂ ਆਪ ਦੇ ਅੰਦਰ ਜਿਹੜੇ ਵਿਚਾਰ ਫੁਰਨੇ ਚੱਲਦੇ ਨੇ, ਦਿਨ ਰਾਤ ਸਾਡੇ ਅੰਦਰ ਸੰਸੇ ਕਰਮ ਚੱਲਦੇ ਨੇ, ਉਹਨਾਂ ਨੂੰ ਬੰਦ ਕਿਵੇਂ ਕਰ ਸਕਦੇ ਹਾਂ। ਜੋ ਸਾਡੇ ਮਨ ਦੇ ਵਿੱਚ ਦੁਬਿਧਾ ਰਹਿੰਦੀ ਹੈ, ਘਰ ਪਰਿਵਾਰ ਦੇ ਵਿੱਚ ਕਲੇਸ਼ ਹੈ, ਲੋਭ ਹੈ, ਹੰਕਾਰ ਹੈ, ਇਹ ਜੋ ਸਾਡਾ ਜੀਵਨ ਦੇ ਵਿੱਚ ਦੁੱਖ ਹੀ ਦੁੱਖ ਹੈ, ਇਹਦੇ ਵਿੱਚ ਅੰਮ੍ਰਿਤ ਤੇ ਇਸ ਨੂੰ ਸੁਖੀ ਕਿਵੇਂ ਕਰ ਸਕਦੇ। ਇਸ ਕਰਕੇ ਗੁਰਬਾਣੀ ਗੁਰੂ ਨੂੰ ਵਿਚਾਰ ਕੇ ਪੜ੍ਹਨ ਦਾ ਜਿਹੜਾ ਹੈ, ਜੋ ਇਹ ਮਿਹਨਤ ਹੈ, ਇਹ ਕੋ ਵਿਰਲੇ ਗੁਰਮੁਖ ਕਰਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕੀਤਾ ਹੈ, ਮਨ ਮੈਲੈ ਤਾਂ ਸਭ ਕਿਛ ਮੈਲਾ, ਤਨ ਧੋਤੇ ਮਨ ਹੱਛਾ ਨਾ ਹੋਏ, ਇਹ ਜਗਤ ਭਰਮ ਭੁਲਾਇਆ, ਵਿਰਲਾ ਬੁੱਝੈ ਕੋਇ। ਮਹਾਰਾਜ ਬਚਨ ਕਰਦੇ ਨੇ ਵੀ ਜੇ ਸਾਡਾ ਮਨ ਸ਼ੁੱਧ ਨਹੀਂ ਹੋਇਆ ਤਾਂ ਸਾਰੇ ਪਾਸੇ ਸਾਨੂੰ ਮੈਲ ਹੀ ਮੈਲ, ਦੁੱਖ ਹੀ ਦੁੱਖ ਮਿਲੇਗਾ। ਤਨ ਨੂੰ ਜਿਵੇਂ ਮਰਜ਼ੀ ਸ਼ੁੱਧ ਕਰ ਲਓ, ਪਰ ਜਿਹੜਾ ਜੋਤ ਸਰੂਪੀ ਮਨ ਹੈ, ਇਸ ਨੂੰ ਸ਼ੁੱਧ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਜਿੰਨੇ ਵੀ ਕਲੰਕ ਲੱਗੇ ਹੋਏ ਨੇ, ਜਿੰਨੇ ਵੀ ਔਗਣ ਨੇ, ਜਿੰਨੀਆਂ ਵੀ ਰੁਕਾਵਟਾਂ ਨੇ, ਉਹ ਸਾਰੀਆਂ ਮਨ ਨੂੰ ਨੇ। ਨਾ ਸਰੀਰ ਨੂੰ ਕੋਈ ਰੁਕਾਵਟ ਹੈ, ਨਾ ਸਰੀਰ ਦੇ ਉੱਪਰ ਕੋਈ ਸਜ਼ਾ ਹੈ। ਜੇਕਰ ਸਰੀਰ ਨੂੰ ਦੁੱਖ ਮਿਲਦਾ ਹੈ, ਸਜ਼ਾ ਮਿਲਦੀ ਹੈ, ਰੁਕਾਵਟ ਮਿਲਦੀ ਹੈ, ਤਾਂ ਉਹ ਮਨ ਕਰਕੇ ਹੈ। ਪਰ ਅਸੀਂ ਜੋ ਧਰਮ ਜਿਹੜਾ ਨਿਭਾਉਂਦੇ ਹਾਂ, ਉਹ ਸਰੀਰਕ ਧਰਮ ਨਿਭਾਉਂਦੇ ਹਾਂ। ਆਪਦੇ ਬਾਹਰੀ ਵਿਖਾਵੇ ਤੋਂ ਆਪਾਂ ਧਰਮ ਕਰਦੇ ਹਾਂ, ਨੇਮ ਸੋਚ ਸੰਜਮ ਕਰਦੇ ਹਾਂ। ਮਨ ਦਾ ਧਰਮ ਜਿਹੜਾ ਹੈ, ਗੁਰਬਾਣੀ ਗੁਰੂ ਸਾਨੂੰ ਸਿਖਾਉਂਦੇ ਆ ਵੀ ਇਹ ਕਿਸ ਤਰ੍ਹਾਂ ਆਪਾਂ ਕਮਾਉਣਾ। ਮਹਾਰਾਜ ਕਹਿੰਦੇ ਨੇ ਵੀ ਸਭ ਤੋਂ ਪਹਿਲਾਂ ਤਾਂ ਤੁਸੀਂ ਸਾਰਿਆਂ ਨੇ ਨਿਰਾਕਾਰ ਦੀ ਭਗਤੀ ਕਰਨੀ, ਆਕਾਰ ਦੀ ਭਗਤੀ ਤੋਂ ਨਹੀਂ, ਉਹਨਾਂ ਦੇ ਨਾਲ ਨਹੀਂ ਜੁੜਨਾ। ਨਿਰਾਕਾਰ ਦੀ ਭਗਤੀ ਹੁੰਦੀ ਹੈ, ਜੋ ਨਿਰਾਕਾਰ ਤੋਂ ਭਾਵ ਹੈ ਜਿਹੜੇ ਮਾਲਕ ਨੇ ਉਹ ਪ੍ਰਕਾਸ਼ ਰੂਪ ਨੇ, ਤੇ ਪ੍ਰਕਾਸ਼ ਵੀ ਐਸਾ ਵੀ ਜਿਹੜੇ ਨਾ ਕਿਸੇ ਰੰਗ ਦਾ ਹੈ, ਨਾ ਆਕਾਰ ਦਾ ਹੈ, ਨਾ ਰੂਪ ਵਿੱਚ, ਤੇ ਉਹ ਸਭ ਥਾਈਂ ਵਿਰਾਜਮਾਨ ਹੈ। ਸਾਡੇ ਸਰੀਰ ਦੇ ਰੋਮਾਂ ਵਿੱਚ ਵਿਰਾਜਮਾਨ ਨੇ, ਅੰਦਰ ਬਾਹਰ ਵਿਰਾਜਮਾਨ ਨੇ। ਤੇ ਜੇ ਮਹਾਰਾਜ ਨੂੰ ਪੁੱਛੀਏ ਵੀ ਇੱਕ ਜਗ੍ਹਾ ਦੱਸੋ ਜਿੱਥੇ ਉਹ ਆਸਨ ਲਾ ਕੇ ਬੈਠੇ ਨੇ, ਜਿੱਥੇ ਇੱਕ ਰੂਪ ਦੇ ਵਿੱਚ ਪ੍ਰਗਟ ਨੇ, ਤਾਂ ਮਹਾਰਾਜ ਕਹਿੰਦੇ ਨੇ ਮਨ ਮੰਦਰ ਤਨ ਵੇਸ ਕਲੰਦਰ, ਘਟ ਹੀ ਤੀਰਥ ਨਾਵਾ। ਜਿੱਥੇ ਇੱਕ ਰੂਪ ਹੋ ਕੇ, ਜੋਤ ਰੂਪ ਹੋ ਕੇ ਆਸਨ ਲਾ ਕੇ ਬੈਠੇ ਨੇ, ਉਹ ਸਾਡੇ ਮਨ ਤੇ ਨੇ, ਸਾਡੇ ਮਸਤਕ ਦੇ ਵਿੱਚ ਬੈਠੇ ਹੋਏ ਨੇ। ਮਹਾਰਾਜ ਕਹਿੰਦੇ ਆ ਵੀ ਤੁਸੀਂ ਨਿਰਾਕਾਰ ਦੀ ਭਗਤੀ ਕਰਕੇ ਉਸ ਦੇ ਸਰੂਪ ਦੀ ਪਹਿਚਾਣ ਕਰੋ। ਜੋ ਉਹਨਾਂ ਦਾ
ਸਰੂਪ ਹੈ ਅਤੇ ਜੋ ਉਸ ਸਰੂਪ ਦੇ ਵਿੱਚ ਅਨਹਦ ਨਾਮ ਚੱਲਦਾ ਪਿਆ ਉਸ ਦੀ ਪਹਿਚਾਣ ਕਰੋ, ਫਿਰ ਤੁਹਾਡਾ ਮਾਨਸ ਜਾਮੇ ਦੇ ਵਿੱਚ ਆਉਣ ਦਾ ਮਨੋਰਥ ਪੂਰਾ ਹੋਏਗਾ। ਹੁਣ ਆਪਾਂ ਨੂੰ ਇਹ ਭੇਤ ਨਹੀਂ ਤੇ ਆਪਾਂ ਸਿਰਫ ਬਾਹਰ ਦੀ ਭਗਤੀ ਕਰ ਲੈਂਦੇ ਹਾਂ, ਆਕਾਰਾਂ ਦੀ ਭਗਤੀ ਕਰ ਲਈ, ਨੇਮ ਜਾਂ ਸੋਚ ਸੰਜਮ ਕਰ ਲਏ, ਕਿਰਿਆਵਾਂ ਕਰ ਲਈਆਂ। ਵੱਧੋ ਵੱਧ ਜੋ ਬਾਣੀ ਹੈ ਉਹਨਾਂ ਨੂੰ ਪੜ੍ਹ ਲਿਆ, ਕੋਈ 10 ਵਾਰ ਪੜ੍ਹ ਲਿਆ, ਕੋਈ 20 ਵਾਰ ਪੜ੍ਹ ਲਿਆ, 50 ਵਾਰ ਪੜ੍ਹਿਆ, 100 ਵਾਰ ਪੜ੍ਹਿਆ, ਭੋਗ ਪਾ ਦਿੱਤੇ ਪਾਠ ਕਰਕੇ। ਪਰ ਜੋ ਵਿਚਲਾ ਖਜ਼ਾਨਾ ਸੀ ਉਹ ਨਹੀਂ ਆਪਾਂ ਲੱਭਦੇ ਵੀ ਇਹ ਗੁਰਬਾਣੀ ਨੂੰ ਵਾਰ-ਵਾਰ ਪੜ੍ਹਨਾ, 50 ਪਾਠ ਕਰਨੇ, 100 ਪਾਠ ਕਰਨੇ, ਇਹ ਕਿਉਂ ਜ਼ਰੂਰੀ ਨੇ, ਇਹਨਾਂ ਦੇ ਪਿੱਛੇ ਮਨੋਰਥ ਕੀ ਹੈ। ਗੁਰਬਾਣੀ ਸਾਨੂੰ ਸੰਤਾਂ ਮਹਾਂਪੁਰਸ਼ਾਂ ਨੇ ਤਾਂ ਕਿਹਾ ਵੀ ਵਾਰ-ਵਾਰ ਪੜ੍ਹੋ, ਵੀ ਜਦੋਂ ਵਾਰ-ਵਾਰ ਇਹ ਗੁਰਮੁਖ ਸਹਿਜ ਨਾਲ ਵਿਚਾਰਨਗੇ ਤੇ ਇੱਕ ਵਾਰ ਜਿਹੜੀ ਗੱਲ ਸਮਝ ਨਹੀਂ ਆਈ, ਦੂਜੀ ਵਾਰ ਨਹੀਂ ਆਈ, ਤੇ ਜਿਹਦੇ ਇਹਦੇ ਵਿੱਚੋਂ ਰਤਨ ਲੱਭ ਜਾਣਗੇ ਇਹਨਾਂ ਨੂੰ। ਕਿਹੜੇ ਰਤਨ ਨੇ ਉਹ? ਜਿਹੜੇ ਰਤਨਾਂ ਦੀ ਪ੍ਰਾਪਤੀ ਕਰਕੇ ਸਾਡਾ ਆਵਾਗਮਨ ਖਤਮ ਹੋ ਜਾਂਦਾ ਹੈ ਅਤੇ ਸਾਨੂੰ ਵੀ ਨਾਮ ਦੀ ਪ੍ਰਾਪਤੀ ਹੋ ਜਾਂਦੀ ਹੈ। ਨਾਮ ਇਸ ਸੰਸਾਰ ਦੇ ਵਿੱਚ ਨਹੀਂ ਹੈ। ਇਸ ਸੰਸਾਰ ਦੇ ਵਿੱਚ ਭਾਸ਼ਾ ਦੇ ਨਾਮ ਨੇ, ਅੱਖਰਾਂ ਦੇ ਨਾਮ ਨੇ, ਜਿਨ੍ਹਾਂ ਨੂੰ ਗੁਰਬਾਣੀ ਗੁਰੂ ਕਹਿੰਦੇ ਨੇ ਅੱਖਰੀ ਨਾਮ, ਅੱਖਰੀ ਸਲਾਹ, ਅੱਖਰੀ ਗਿਆਨ ਗੀਤ ਗੁਣ ਗਾ। ਅੱਖਰਾਂ ਦੇ ਨਾਮ ਨੇ, ਚਾਹੇ ਸਤਨਾਮ ਹੈ, ਚਾਹੇ ਵਾਹਿਗੁਰੂ ਹੈ, ਚਾਹੇ ਰਾਮ, ਹਰੀ, ਅੱਲਾ, ਇਹ ਸਭ ਭਾਸ਼ਾ ਦੁਆਰਾ ਨੇ। ਪਰ ਮਹਾਰਾਜ ਕਹਿੰਦੇ ਜਿਹੜੇ ਨਾਮ ਦੀ ਤੁਸੀਂ ਪ੍ਰਾਪਤੀ ਕਰਨੀ ਹੈ ਉਹਦੇ ਬਾਰੇ ਕਹਿੰਦੇ ਆ ਤੇ ਸਰੂਪ ਨਾ ਰੇਖ ਅਨਾਹਦ ਵਾਜੈ। ਸ਼ਬਦ ਨਿਰੰਜਨ ਕੀ ਆ? ਉਹ ਅਨਾਹਦ ਰੂਪ ਦੇ ਵਿੱਚ ਸ਼ਬਦ ਵੱਜਦਾ ਹੈ ਜਿਸ ਨੇ, ਜੋ ਨਿਰੰਜਨ ਨੇ ਤੁਹਾਡੇ ਲਈ ਬਣਾਇਆ ਹੈ, ਉਹਦੀ ਖੋਜ ਕਰਨੀ ਤੁਸੀਂ। ਫਿਰ ਦੱਸਦੇ ਨੇ ਵੀ ਉਹ ਗੁਰਬਾਣੀ ਵਿੱਚ ਵੀ ਉਹ ਕਿੱਥੇ ਗਏ ਸਾਡੇ ਸਰੀਰ ਦੇ ਵਿੱਚ। ਤਾਂ ਮਹਾਰਾਜ ਕਹਿੰਦੇ ਨੇ ਸੁਨ ਸਮਾਦ ਅਨਹਤ ਤਹਿਨਾਦ, ਕਹਿਣ ਨਾ ਜਾਈ ਅਚਰਜ ਵਿਸਮਾਦ। ਸੁਨ ਦੇ ਵਿੱਚ ਜਦੋਂ ਸਮਾਧੀ ਲਾਓਗੇ ਉੱਥੋਂ ਤੁਹਾਨੂੰ ਨਾਮ ਸੁਣਾਈ ਦੇਗਾ। ਜਿਵੇਂ ਆਪਾਂ ਬਚਨ ਪੜ੍ਹਦੇ ਆ ਗੁਰਬਾਣੀ ਦਾ, ਅਗਮ ਅਗੋਚਰ ਪਾਰ ਬ੍ਰਹਮ ਮਿਲ ਸਾਧੂ ਅਕਥ ਕਥਾਇਆ ਥਾ, ਅਨਹਦ ਸ਼ਬਦ ਦਸਮ ਦੁਆਰ ਵਜਿਓ ਤੈ ਅਨਹਦ ਤੈ ਅੰਮ੍ਰਿਤ ਨਾਮ ਚੁਆਇਆ ਥਾ। ਕੀ ਕਹਿੰਦੇ? ਅਨਹਦ ਸ਼ਬਦ ਦਸਮ ਦੁਆਰ ਵਜਿਓ ਤੈ ਅੰਮ੍ਰਿਤ ਨਾਮ ਚੁਆਇਆ ਥਾ। ਉਹ ਜਿਹੜਾ ਸ਼ਬਦ ਹੈ ਉਹ ਸਾਡੇ 10ਵੇਂ ਘਰ ਦੇ ਵਿੱਚ, ਸਹਿਜ ਘਰ ਦੇ ਵਿੱਚ, ਸਹਿਜ ਸਮਾਧ ਦੇ ਵਿੱਚ ਵੱਜਦਾ, ਜਿਸ ਦੀ ਆਪਾਂ ਪ੍ਰਾਪਤੀ ਕਰਨੀ ਤੇ ਸੰਸਾਰ ਵਿੱਚ ਆਪਾਂ ਆਏ ਹਾਂ। ਹੁਣ ਜਦੋਂ ਆਪਾਂ ਨਾਮ ਧੁਨ ਦੀ ਪ੍ਰਾਪਤੀ ਕਰਨ ਦੇ ਲਈ ਯਤਨ ਕਰਦੇ ਹਾਂ, ਜੋ ਸਾਨੂੰ ਗੁਰੂ ਸਾਹਿਬ ਕਹਿੰਦੇ ਵੀ ਮਸਤਕ ਤੇ ਸੱਚੇ, ਉਹਨਾਂ ਨੂੰ ਦੇਖਣ ਦੇ ਲਈ ਯਤਨ ਕਰਦੇ ਹਾਂ, ਤਾਂ ਉਸ ਯਤਨਾਂ ਦੇ ਵਿੱਚ ਇੱਕ ਰੁਕਾਵਟ ਪ੍ਰਗਟ ਹੋ ਜਾਂਦੀ ਹੈ। ਆਪਾਂ ਚਾਹੁੰਦੇ ਹਾਂ ਵੀ ਸਾਨੂੰ ਵੀ ਨਾਮ ਦੀ ਪ੍ਰਾਪਤੀ ਹੋਵੇ, ਸੱਚ ਦੇ ਵਿੱਚ ਅਸੀਂ ਸਮਾਈਏ, ਖੇਲ ਪਤਾ ਲੱਗੇ। ਪਰ ਜਦੋਂ ਅਸੀਂ ਧਿਆਨ ਦੇ ਵਿੱਚ ਖੋਜ ਕਰਨੀ ਸ਼ੁਰੂ ਕਰਦੇ ਹਾਂ, ਸਾਨੂੰ ਮਾਇਆ ਦੇ ਵਿਚਾਰ ਚੱਲ ਪੈਂਦੇ ਆ। ਕਦੇ ਸਾਡਾ ਮਨ ਕੋਈ ਵਿਚਾਰ ਫੜ ਲੈਂਦਾ ਹੈ, ਕਦੇ ਆਸਾ ਵਿੱਚ ਚਲਾ ਜਾਂਦਾ ਹੈ, ਕਦੇ ਮਨਸਾ ਵਿੱਚ ਚਲਾ ਜਾਂਦਾ ਹੈ, ਹੰਕਾਰ ਤ੍ਰਿਸ਼ਨਾ ਵਿੱਚ ਚਲਾ ਜਾਂਦਾ ਹੈ। ਆਪਾਂ ਨਾਮ ਜਪਣ ਲੱਗੀਏ ਤਾਂ ਵਿਚਾਰ, ਗੁਰਬਾਣੀ ਪੜ੍ਹਨ ਲੱਗੀਏ ਤਾਂ ਵਿਚਾਰ, ਜੇ ਦੁਨਿਆਵੀ ਕਰਮ ਕਰਦੇ ਹਾਂ ਤਾਂ ਵੀ ਨਾਲ ਨਾਲ ਵਿਚਾਰ ਚੱਲੀ ਜਾਂਦੇ। ਵਿਚਾਰ ਕਿਹੜੇ ਚੱਲਦੇ ਆ? ਜਦੋਂ ਦੇ ਆਪਾਂ ਇਸ ਸੰਸਾਰ ਦੇ ਵਿੱਚ ਆਏ ਹਾਂ ਤੇ ਇਸ ਸੰਸਾਰ ਦੇ ਵਿੱਚ ਆ ਕੇ ਜਿਨ੍ਹਾਂ ਜੀਆਂ ਦੇ ਨਾਲ ਪਿਆਰ ਪਾਇਆ ਹੈ, ਜੋ ਅਸੀਂ ਇੱਥੇ ਵਾਧੇ ਘਾਟੇ ਦੇ ਜੋ ਵਪਾਰ ਕੀਤੇ ਨੇ, ਨਿੰਦਿਆ ਚੁਗਲੀ ਸੁਣੀ ਹੈ, ਕੀਤੀ ਹੈ, ਉਹ ਸਾਰੇ ਵਿਚਾਰ ਸਾਡੇ ਮਨ ਦੇ ਵਿੱਚ ਵਸੇ ਹੋਏ ਆ। ਜਦੋਂ ਆਪਾਂ ਸਿਮਰਨ ਕਰਦੇ ਹਾਂ ਤੇ ਉਹ ਨਿਕਲ ਕੇ ਸਾਹਮਣੇ ਆਉਂਦੇ ਆ, ਕਿਉਂਕਿ ਮਹਾਰਾਜ ਕਹਿੰਦੇ ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਏ। ਜਦੋਂ ਨਾਮ ਨੂੰ ਤੁਸੀਂ ਸਰੀਰ ਦੇ ਵਿੱਚ ਵਸਾਉਂਦੇ ਹੋ, ਨਾਮ ਵਾਹਿਗੁਰੂ ਗੁਰਮੰਤਰ ਨੂੰ ਜਾਪ ਕਰਦੇ ਹੋ, ਤੇ ਜਿਹੜੀ ਆਪਣੀ ਹਉਮੈ ਹੁੰਦੀ ਹੈ ਅੰਦਰ, ਉਹ ਨਿਕਲ ਕੇ ਬਾਹਰ ਆਉਂਦੀ ਹੈ। ਹਉਮੈ ਦਾ ਕੋਈ ਇੱਕ ਸਪੈਸ਼ਲ ਜਾਂ ਕੋਈ ਆਪਾਂ ਕਹੀਏ ਖਾਸ ਰੂਪ ਨਹੀਂ ਹੈਗਾ। ਇਹ ਜਿੰਨੇ ਵਿਚਾਰ ਫੁਰਨੇ ਨੇ, ਇਹਨਾਂ ਸਭ ਨੂੰ ਹਉਮੈ ਹੀ ਕਹਿ ਦਿੱਤਾ। ਤੇ ਮਹਾਰਾਜ ਕਹਿੰਦੇ ਵੀ ਜਦੋਂ ਤੁਸੀਂ ਨਾਮ, ਤੁਸੀਂ ਜੇ ਦੇਖਣਾ ਚਾਹੁੰਦੇ ਹੋ ਵੀ ਤੁਹਾਡੇ ਅੰਦਰ ਕਿੰਨੀ ਕੁ ਹਉਮੈ ਆ, ਤੇ ਤੁਸੀਂ ਆਪ ਦਾ ਨਾਮ ਜਪਣਾ ਸ਼ੁਰੂ ਕਰੋ। ਜਦੋਂ ਤੁਸੀਂ ਨਾਮ ਜਪੋਗੇ, ਜਿਹੜੀ ਹਉਮੈ ਤੁਹਾਡੇ ਸਰੀਰ ਵਿੱਚ ਹੈ ਨਾ, ਸਹਿਜ ਸੁਭਾਏ ਬਾਹਰ ਆਏਗੀ, ਕਿਉਂਕਿ ਹਉਮੈ ਨਾਵੇਂ ਨਾਲ ਵਿਰੋਧ ਹੈ।
दोए ना वसै एक ठाए। एक लोहा है ਉਹਦੇ ਉੱਪਰ ਜੰਗ ਲੱਗਾ ਹੋਇਆ ਹੈ। ਆਪਾਂ ਦੇਖਣਾ ਚਾਹੁੰਦੇ ਆ ਵੀ ਇਹਦੇ ਤੇ ਕਿੰਨਾ ਕੁ ਜੰਗ ਹੈ, ਕਿੰਨੀ ਕੁ ਗੰਦਗੀ ਹੈ। ਤਾਂ ਇੱਕ ਉਹ ਖਾਸ ਕਿਸਮ ਦਾ ਕੱਪੜਾ ਹੁੰਦਾ ਹੈ, ਰੇਗਮਾਰ ਹੁੰਦਾ, ਉਹਨੂੰ ਉਹਦੇ ਉੱਤੇ ਰਗੜਨਾ ਸ਼ੁਰੂ ਕਰੋ, ਪਤਾ ਲੱਗ ਜਾਏਗਾ ਵੀ ਲੋਹਾ ਗਲਿਆ ਹੋਇਆ ਹੈ, ਕਿੰਨੀ ਇਹਦੇ ਉੱਤੇ ਮਿੱਟੀ ਹੈ, ਕਿੰਨਾ ਇਹਦੇ ਉੱਤੇ ਜੰਗ ਚੜਿਆ। ਇਸੇ ਤਰੀਕੇ ਮਹਾਰਾਜ ਨੇ ਆਪਾਂ ਨੂੰ ਇੱਕ ਗਰੜ ਮੰਤਰ, ਗੁਰ ਮੰਤਰ ਵਾਹਿਗੁਰੂ ਦਿੱਤਾ ਹੋਇਆ। ਜਦੋਂ ਆਪਾਂ ਸੁਰਤੀ ਨੂੰ ਇਹਦੇ ਨਾਲ ਮਿਲਾਉਂਦੇ ਹਾਂ, ਸੁਰਤੀ ਨੂੰ ਮਿਲਾਉਣ ਦਾ ਭਾਵ ਹੈ ਵੀ ਆਪਾਂ ਮੁੱਖੋਂ ਅਭਿਆਸ ਸ਼ੁਰੂ ਕਰਦੇ ਹਾਂ, ਆਪ ਦਾ ਧਿਆਨ ਆਵਾਜ਼ ਦੇ ਵਿੱਚ ਲਾਉਂਦੇ ਹਾਂ। ਉਹੀ ਹੁੰਦਾ ਜਿਹੜੀ ਮੈਲ ਚੜੀ ਹੁੰਦੀ ਆ ਉਹ ਨਿਕਲ ਕੇ, ਨੇਤਰ ਬੰਦ ਹੁੰਦੇ ਨੇ ਫਿਰ ਵੀ ਦਿਖੀ ਜਾਂਦਾ, ਸਾਹਮਣੇ ਆਈ ਜਾਂਦੀ ਹੈ। ਵਿਚਾਰ ਆਉਂਦਾ ਹੈ, ਕੋਈ 10 ਸਾਲ ਪੁਰਾਣਾ, ਕੋਈ 15 ਸਾਲ ਪੁਰਾਣਾ, ਕੋਈ 2 ਦਿਨ ਪੁਰਾਣਾ, ਕੋਈ 20 ਸਾਲ ਪੁਰਾਣਾ। ਉਹ ਕੀ ਹੈ, ਇਹ ਤੁਹਾਡੇ ਅੰਦਰ ਸਾਰਾ ਕੁਝ ਜਮ੍ਹਾਂ ਹੋਇਆ। ਜਿਹੜਾ ਆਪਾਂ ਕਹਿੰਦੇ ਹਾਂ ਸਾਡਾ ਮਨ ਬੜਾ ਸਾਫ਼ ਹੈ, ਅਸੀਂ ਚੰਗਿਆਈ ਕਰਦੇ ਹਾਂ, ਅਸੀਂ ਕਿਸੇ ਦਾ ਮਾੜਾ ਨਹੀਂ ਕਰਦੇ। ਤੇ ਮਹਾਰਾਜ ਕਹਿੰਦੇ ਨੇ ਵੀ ਵੇਖੋ ਤਾਂ ਸਹੀ ਕਿੰਨਾ ਕੁ ਸਾਫ਼ ਹੈ। ਤੁਸੀਂ ਕਹਿ ਦਿੰਦੇ ਹੋ ਵੀ ਸਾਡਾ ਮਨ ਬਹੁਤ ਸਾਫ਼ ਹੈ, ਮੈਂ ਮਨ ਤੋਂ ਬਹੁਤ ਚੰਗਾ ਹਾਂ, ਮੈਂ ਤਾਂ ਜੀ ਕਿਸੇ ਦਾ ਮਾੜਾ ਨਹੀਂ ਕੀਤਾ। ਤੇ ਮਹਾਰਾਜ ਆਂਦੇ ਦੇਖੋ, ਇੱਕ ਵਾਰ ਚੈੱਕ ਕਰਕੇ ਦੇਖੋ ਕਿੰਨਾ ਕੁ ਸਾਫ਼ ਹੈ। ਤੇ ਜਦੋਂ ਵੇਖਦੇ ਨੇ ਵਾਹਿਗੁਰੂ ਵਾਹਿਗੁਰੂ 5-7 ਵਾਰ 10 ਵਾਰ ਕੀਤਾ, ਜਿੰਨੀ ਗੰਦਗੀ ਇਹ ਸਾਰੀ ਬਾਹਰ ਆਉਣ ਲੱਗ ਪੈਂਦੀ। ਵਿਚਾਰ ਹੀ ਵਿਚਾਰ, ਫੁਰਨੇ ਹੀ ਫੁਰਨੇ ਤਰੇ ਆਉਂਦੇ ਆ। ਫਿਰ ਉੱਥੇ ਕਹਿੰਦੇ ਜੀ ਸਾਡਾ ਤਾਂ ਮਨ ਨਹੀਂ ਟਿਕਦਾ, ਮਨ 'ਚ ਮੈਲ ਹੀ ਬੜੀ ਹੈ। ਮੈਲ ਕਿਹੜੀ ਹੈ? ਜਿਹੜੀਆਂ ਸੋਚਾਂ ਫਿਕਰਾਂ ਸੋਚੀਆਂ ਹੋਈਆਂ ਨੇ ਉਹ ਉੱਠ ਕੇ ਬਾਹਰ ਆਉਂਦੀਆਂ ਨੇ। ਤੇ ਕੌਣ ਲਿਆਉਂਦਾ? ਇਹ ਕਾਮ, ਕਰੋਧ, ਲੋਭ, ਮੋਹ, ਹੰਕਾਰ, ਪੰਜੇ ਦੂਤ, ਜਿਨ੍ਹਾਂ ਦੇ ਨਾਲ ਰਲ ਕੇ ਆਪਾਂ ਫੁਰਨੇ ਵਿਚਾਰ ਲੈ ਆਉਂਦੇ ਆ। ਫਿਰ ਉੱਥੇ ਸਾਡੇ ਅੰਦਰ ਐਬ, ਵਿਚਾਰਾਂ ਵਿੱਚ ਰਹਿ ਕੇ ਐਬ ਬਹੁਤ ਲੱਗ ਗਏ ਨੇ ਸਾਨੂੰ। ਇੱਕ ਮਨ ਦੇ ਐਬ ਲੱਗ ਗਏ ਨੇ, ਦੂਜੇ ਤਨ ਦੇ ਵੀ ਐਬ ਲੱਗੇ ਹੋਏ ਆ। ਮਨ ਦੇ ਐਬ ਤਾਂ ਲੱਗ ਗਏ ਨੇ ਵੀ ਆਪਾਂ ਗੱਲ ਤੇ ਵਿਰੋਧ ਕਰਦੇ ਹਾਂ, ਦੁਬਿਧਾ ਕਰਦੇ ਹਾਂ, ਨਿੰਦਿਆ, ਚੁਗਲੀ, ਜਲਨ ਹੁੰਦੀ ਸਾਡੇ ਮਨ ਦੇ ਵਿੱਚ, ਕਾਮ, ਕ੍ਰੋਧ, ਇਹ ਮਨ ਦੇ ਐਬ ਨੇ। ਹੁਣ ਮਨ ਦੇ ਐਬ ਸੀਗੇ, ਮਨ ਵਿਚਾਰਾਂ ਵਿੱਚ ਰਹਿੰਦਾ ਸੀ, ਉਹ ਸਾਰਾ ਵਿਚਾਰਾਂ ਦਾ ਲੋਡ ਜਿਹੜਾ ਸਰੀਰ ਤੇ ਆ ਗਿਆ ਤੇ ਸਰੀਰ ਨੂੰ ਵੀ ਰੋਗ ਲੱਗੇ ਹੋਏ ਨੇ। ਹੁਣ ਸਰੀਰ ਇੰਨਾ ਮੈਲਾ ਹੋ ਚੁੱਕਿਆ ਹੈ, ਜੇ ਕਹੀਏ ਵੀ ਸੁਬਾਹ ਅੰਮ੍ਰਿਤ ਵੇਲੇ ਨਾਮ ਜਪਣਾ ਹੈ, ਸ਼ਾਮ ਨੂੰ ਜਪਣਾ ਹੈ, ਦੁਪਹਿਰੇ ਜਪਣਾ ਹੈ, ਤਾਂ ਮਹਾਰਾਜ ਕਹਿੰਦੇ ਬੁਰੇ ਖਾਮ ਕੋ ਊਠ ਖਲੋਇਆ, ਨਾਮ ਕੀ ਬੇਲਾ ਪੈ ਸੋਇਆ। ਨਾਮ ਜਪਣ ਦੇ ਲਈ ਉਦਮ ਨਹੀਂ ਕਰਦਾ, ਤੇ ਜੇ ਜਪਾਈਏ ਤੇ ਫਿਰ ਕਹਿੰਦਾ ਜੀ ਮੇਰੇ ਲੱਤਾਂ ਖੁੱਲ੍ਹਦੀਆਂ, ਮੇਰਾ ਚੌਂਕੜਾ ਖੁੱਲ੍ਹਦਾ, ਮੈਨੂੰ ਸੂਈਆਂ ਵੱਜਦੀਆਂ, ਮੇਰੇ ਗਰਮੈਸ਼ ਵੱਧ ਜਾਂਦੀ ਆ, ਮੇਰੇ ਤੋਂ ਬੋਲਿਆ ਨਹੀਂ ਜਾਂਦਾ। ਇਹ ਸਾਰੀ ਹਉਮੈ ਤੇ ਹਉਮੈ ਦੇ ਨਾਲ ਰਹਿ ਕੇ ਜਿਹੜੀ ਗੰਦਗੀ ਪ੍ਰਗਟ ਹੋਈ ਉਹ ਸਾਡੀ ਸਾਰੇ ਅੰਦਰ ਘਰ ਕਰ ਗਈ ਤੇ ਸਾਨੂੰ ਖੁਆਰ ਹੋਣਾ ਪੈ ਰਿਹਾ। ਮਹਾਰਾਜ ਸੱਚੇ ਪਾਤਸ਼ਾਹ ਨੇ ਇਸੇ ਕਰਕੇ ਸਾਨੂੰ ਨਾਮ ਦਾ ਜਿਹੜਾ ਹੁਣ ਪਰਵਾਨਾ ਦਿੱਤਾ ਹੈ। ਗੁਰਬਾਣੀ ਗੁਰੂ ਦੇ ਰਾਹੀਂ ਕਹਿੰਦੇ ਨੇ ਵੀ ਜੋ ਮਰਜ਼ੀ ਤੁਸੀਂ ਚੰਗਿਆਈ ਖੱਟੀ, ਬੁਰਿਆਈ ਖੱਟੀ, ਨਾਮ ਦਾ ਰਤਨ ਤੁਹਾਡੇ ਕੋਲ ਨਾ ਹੋਣ ਕਰਕੇ ਉਹ ਇੱਕ ਲੇਖਾ ਬਣਿਆ ਪਿਆ ਤੁਹਾਡਾ। ਜਦੋਂ ਤੁਸੀਂ ਦਰਗਾਹ ਦੇ ਵਿੱਚ ਜਾਓਗੇ, ਇਹ ਤਾਂ ਤੁਸੀਂ ਸ਼ੁਕਰ ਮਨਾਓ ਵੀ ਸਿਮਰਨ ਕਰਕੇ ਤੁਸੀਂ ਅੰਦਰ ਦੇਖ ਲਿਆ ਵੀ ਤੁਹਾਡੇ ਅੰਦਰ ਕੀ ਭਰਿਆ ਹੋਇਆ। ਜੇ ਤੁਸੀਂ ਨਾ ਤੁਹਾਨੂੰ ਪਤਾ ਹੁੰਦਾ ਵੀ ਮੇਰੇ ਅੰਦਰ ਕੀ ਭਰਿਆ ਹੋਇਆ, ਤੇ ਦਰਗਾਹ ਦੇ ਵਿੱਚ ਜਿਹੜਾ ਲੇਖਾ ਹੈ ਉਹ ਇਹੀ ਵਿਚਾਰ ਫੁਰਨੇ ਹੀ ਉੱਥੇ ਸਾਹਮਣੇ ਚਮਕਦੇ ਆ। ਹੁਣ ਮਹਾਰਾਜ ਕਹਿੰਦੇ ਨੇ ਵੀ ਜੇ ਤੁਹਾਨੂੰ ਪਤਾ ਲੱਗ ਗਿਆ ਵੀ ਅਸੀਂ ਵੀ ਲੇਖੇ ਵਿੱਚ ਹਾਂ, ਅਸੀਂ ਵੀ ਪਾਪੀ ਹਾਂ, ਹਜੇ ਸਾਡਾ ਜਨਮ ਮਰਨ ਖਤਮ ਨਹੀਂ ਹੋਇਆ। ਖਤਮ ਨਹੀਂ ਹੋਇਆ ਤਾਂ ਹੀ ਤਾਂ ਵਾਰ-ਵਾਰ ਕ੍ਰੋਧ ਨੂੰ ਅਸੀਂ ਫੜ ਲੈਂਦੇ ਹਾਂ। ਇੱਕ ਵਾਰ ਕ੍ਰੋਧ ਕਰਕੇ ਗਲਤੀ ਹੋ ਗਈ ਤੇ ਦੁਬਾਰਾ ਅਸੀਂ ਕਹਿੰਦੇ ਹਾਂ ਜੀ ਇਸ ਵਾਰੀ ਗਲਤ ਹੋ ਗਿਆ ਜੀ, ਅੱਗੇ ਤੋਂ ਮੈਂ ਕ੍ਰੋਧ ਨਹੀਂ ਕਰਨਾ। ਇੱਕ ਵਾਰੀ ਕਾਮ ਵਿੱਚ ਗਲਤੀ ਹੋ ਗਈ, ਦੁਬਾਰਾ ਕਹਿੰਦੇ ਅੱਜ ਤੋਂ ਬਾਅਦ ਕਾਮ ਨਹੀਂ ਕਰਨਾ। ਇੱਕ ਵਾਰ ਲੋਭ 'ਚ ਗਲਤੀ ਹੋ ਗਈ, ਅੱਜ ਤੋਂ ਬਾਅਦ ਕਿਸੇ ਨਾਲ ਠੱਗੀ ਨਹੀਂ ਮਾਰਨੀ। ਅਸੀਂ ਪ੍ਰਣ ਕਰ ਲੈਂਦੇ ਹਾਂ ਵੀ ਹੁਣ ਨਹੀਂ ਲੜਨਾ, ਹੁਣ ਨਹੀਂ ਮਾਰਨਾ, ਹੁਣ ਨਹੀਂ ਚੋਰੀ ਠੱਗੀ ਕਰਨੀ। ਅਗਲੇ ਦਿਨ 2 ਦਿਨ ਪਾ ਕੇ ਫਿਰ ਉਸੇ ਤਰ੍ਹਾਂ ਕਲੇਸ਼ ਕਰਦੇ ਹਾਂ, ਕ੍ਰੋਧ ਆ ਜਾਂਦਾ, ਫਿਰ ਲੋਭ ਆ ਜਾਂਦਾ। ਫਿਰ ਅਸੀਂ ਕਹਿੰਦੇ ਸਾਡੇ ਤੋਂ ਤਾਂ ਕੰਟਰੋਲ ਹੀ ਨਹੀਂ ਹੁੰਦਾ, ਕੀ ਕਰੀਏ? ਬੜੀ ਕੋਸ਼ਿਸ਼ ਕਰਦੇ ਹਾਂ, ਕ੍ਰੋਧ ਨਹੀਂ ਕੰਟਰੋਲ ਹੁੰਦਾ। ਬੜੀ ਕੋਸ਼ਿਸ਼ ਕਰਦੇ ਹਾਂ, ਲੋਭ, ਕਾਮ, ਹੰਕਾਰ ਕੰਟਰੋਲ ਨਹੀਂ ਹੁੰਦਾ, ਬਚਨ ਮੱਲੋ ਮੱਲੀ ਮੁੱਖੋਂ ਨਿਕਲੇ ਆਉਂਦੇ। ਫਿਰ ਮਤਲਬ ਜੇ ਕੰਟਰੋਲ ਨਹੀਂ ਹੁੰਦਾ ਤੇ ਤੁਸੀਂ ਪੰਜਾਂ ਦੇ ਵੱਸ ਹੋ। ਪੰਜਾਂ ਦੂਤਾਂ ਨੇ ਤੁਹਾਨੂੰ ਵੱਸ ਕੀਤਾ ਹੋਇਆ।
ਤੇ ਉਹ ਜਿਵੇਂ ਵਿਚਾਰ ਤੁਹਾਨੂੰ ਅੰਦਰੋਂ ਦਿੰਦੇ ਆ ਤੁਸੀਂ ਉਹੀ ਵਿਚਾਰ ਲੈ ਲੈਂਦੇ ਹੋ। ਤੁਸੀਂ ਪੰਜਾਂ ਦੂਤਾਂ ਦੇ ਵੱਸ ਹੋ, ਤੁਸੀਂ ਮਨ ਜਿੱਤਿਆ ਨਹੀਂ। ਤੇ ਜਿਹੜਾ ਪੰਜਾਂ ਦੂਤਾਂ ਦੇ ਵੱਸ ਹੈ ਉਹ ਜਨਮ ਮਰਨ ਵਿੱਚ ਹੈ। ਜੋ ਸਤਿਗੁਰ ਦੇ ਵੱਸ ਹੋ ਗਿਆ, ਸਤਿਗੁਰ ਦੇ ਹੁਕਮ ਦੇ ਵਿੱਚ ਆ ਗਿਆ, ਉਹਨੂੰ ਤਾਂ ਮਹਾਰਾਜ ਜੀ ਕਹਿੰਦੇ ਹਰ ਜਨ ਹਰ ਹਰ ਨਾਮ ਸਮਾਣੇ, ਦੁੱਖ ਜਨਮ ਮਰਨ ਭਵ ਖੰਡਾ ਹੈ। ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ, ਖੰਡ ਬ੍ਰਹਮੰਡਾ ਹੈ। ਹੁਣ ਜਿਹੜਾ ਤਾਂ ਨਾਮ ਦੇ ਵਿੱਚ ਸਮਾ ਗਿਆ ਉਹ ਜਨਮ ਮਰਨ ਤੋਂ ਰਹਿਤ ਹੈ। ਤੇ ਜਿਹੜਾ ਨਾਮ ਦੇ ਵਿੱਚ ਨਹੀਂ ਸਮਾਇਆ ਉਹ ਵਾਰ-ਵਾਰ ਕ੍ਰੋਧ ਵਿੱਚ, ਇੱਕ ਵਾਰ ਕ੍ਰੋਧ ਕਰ ਲਏਗਾ, ਫਿਰ ਕਹੇਗਾ ਨਹੀਂ ਕਰਨਾ, ਫਿਰ ਕਰ ਲਏਗਾ, ਫਿਰ ਨਹੀਂ ਕਰਨਾ, ਫਿਰ ਕਰ ਲਏਗਾ। ਬੱਜਰ ਹੋ ਚੁੱਕਿਆ, ਉਹ ਮੈਲਾ ਹੋ ਚੁੱਕਿਆ। ਹੁਣ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜੇ ਤੁਹਾਨੂੰ ਪਤਾ ਲੱਗ ਗਿਆ ਵੀ ਮੇਰੇ ਵਿੱਚ ਤਾਂ, ਮੇਰੀ ਮੱਤ ਵਿੱਚ ਤਾਂ ਪਾਪ ਹੀ ਪਾਪ ਨੇ, ਤੁਹਾਡੇ ਕੋਲ ਮੌਕਾ ਹੈ, ਤੁਸੀਂ ਸ਼ਬਦ ਦਾ ਅਭਿਆਸ ਕਰਕੇ ਉਹਨਾਂ ਨੂੰ ਧੋ ਸਕਦੇ ਹੋ। ਜਿੰਨੀ ਦੇਰ ਤੱਕ ਵਿਚਾਰ ਤੇ ਇਹ ਤੁਹਾਡੇ ਪਾਪ ਨਹੀਂ ਖਤਮ ਹੁੰਦੇ, ਉਨੀ ਦੇਰ ਤੱਕ ਤਾਂ ਹੀ ਤਾਂ ਅੰਦਰੋਂ ਅਨਹਦ ਸ਼ਬਦ ਨਹੀਂ ਸੁਣਦਾ, ਤਾਂ ਹੀ ਤਾਂ ਅੰਦਰ ਲਿਵ ਨਹੀਂ ਜੁੜਦੀ। ਕਿਉਂਕਿ ਮਹਾਰਾਜ ਕਹਿੰਦੇ ਨੇ ਸ਼ਬਦ ਤੋਂ ਲਿਵ ਟੁੱਟੀ ਹੋਈ ਆ ਤੇ ਤ੍ਰਿਸ਼ਨਾ ਵਿੱਚ ਆ ਮਨ, ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਲਿਵ ਜਿਹੜੀ ਇਹ ਸ਼ਬਦ ਦੇ ਨਾਲ ਜੋੜ ਲਓ ਤੇ ਕਹਿੰਦੇ ਭਰੀਏ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੇਂ ਕਰਾਂਗੇ। ਉਹ ਨਾਮ ਦੇ ਰੰਗ ਦੇ ਨਾਲ ਧੋਪ ਜੂਗੀ। ਸਿਮਰਨ ਕਰਦਿਆਂ ਹੋਇਆਂ ਅਸੀਂ ਨਾ ਖੱਬੇ ਧਿਆਨ ਰੱਖਣਾ, ਨਾ ਸੱਜੇ ਧਿਆਨ ਰੱਖਣਾ, ਨੇਤਰ ਬੰਦ ਕਰਕੇ ਆਪਦੇ ਮੁਖੋਂ ਸ਼ਬਦ ਨੂੰ ਬੋਲਦਿਆਂ ਰਹਿਣਾ, ਬੋਲਦਿਆਂ ਬੋਲਦਿਆਂ ਆਪਦੀ ਆਵਾਜ਼ ਦਾ ਪਿੱਛਾ ਕਰਨਾ, ਆਪਦੀ ਆਵਾਜ਼ ਨੂੰ ਸੁਣਨਾ। ਤੇ ਜਦੋਂ ਅਸੀਂ ਆਪਦੀ ਆਵਾਜ਼ ਨੂੰ ਸਾਵਧਾਨ ਹੋ ਕੇ ਇਕਾਗਰ ਚਿੱਤ ਹੋ ਕੇ ਸੁਣਾਂਗੇ, ਉਹ ਸਾਡੀ ਮੈਲ ਉਤਰੇਗੀ। ਭਰੀਏ ਮਤ ਪਾਪਾਂ ਕੇ ਸੰਗ, ਉਹ ਧੋਪੈ ਨਾਵੇਂ ਕੇ ਰੰਗ। ਜਦੋਂ ਅਸੀਂ ਸਿਮਰਨ ਦੇ ਵਿੱਚ ਧਿਆਨ ਧਰ ਕੇ ਆਵਾਜ਼ ਨੂੰ ਸੁਣਾਂਗੇ, ਸਾਡੀ ਮੈਲ ਉਤਰੇਗੀ, ਵਿਚਾਰ ਖਤਮ ਹੋਣਗੇ। ਹੋਰ ਵਿਚਾਰ ਖਤਮ ਹੋਣ ਦਾ ਕੋਈ ਤਰੀਕਾ ਨਹੀਂ। ਜਿਹੜੇ ਸਿਮਰਨ ਕਰਦਿਆਂ ਵਿਚਾਰ ਨਹੀਂ ਰੁਕਦੇ, ਰਾਤ ਨੂੰ ਬੈਠਦਿਆਂ ਵਿਚਾਰ ਨਹੀਂ ਰੁਕਦੇ, ਇਹ ਸਿਮਰਨ ਦਾ ਤਰੀਕਾ ਨਾ ਹੋਣ ਕਰਕੇ। ਉੱਚੀ ਆਵਾਜ਼ ਦੇ ਵਿੱਚ ਜਦੋਂ ਆਪਦੀ ਆਵਾਜ਼ 'ਚ ਧਿਆਨ ਧਰ ਕੇ ਅਸੀਂ ਸਿਮਰਨ ਕਰਦੇ ਹਾਂ, ਆਪਦੀ ਆਵਾਜ਼ ਨੂੰ ਸੁਣੀ ਜਾਵਾਂਗੇ, ਸੁਣੀ ਜਾਵਾਂਗੇ, ਸਾਡਾ ਧਿਆਨ ਸਾਡੀ ਆਵਾਜ਼ ਦੇ ਵਿੱਚ ਹੋ ਜਾਏਗਾ, ਵਿਚਾਰ ਰੁਕ ਜਾਣਗੇ। ਜਦੋਂ ਵਿਚਾਰ ਰੁਕ ਜਾਂਦੇ ਨੇ ਤਾਂ ਸਹਿਜ ਸੁਭਾਏ, ਕਿਉਂਕਿ ਦੋ ਹੀ ਦੇਸ਼ ਨੇ, ਸਰਗੁਣ ਅਤੇ ਨਿਰਗੁਣ, ਸੂਖਮ ਅਤੇ ਅਸਥੂਲ। ਇਹ ਸਰੀਰ ਅਸਥੂਲ ਹੈ, ਇਸ ਦੇ ਨਾਲ ਓਨੀ ਦੇਰ ਤੱਕ ਸੰਬੰਧ ਰਹਿੰਦਾ ਹੈ ਜਿੰਨੀ ਦੇਰ ਤੱਕ ਵਿਚਾਰ ਆਉਂਦੇ ਨੇ। ਜੇ ਵਿਚਾਰ ਫੁਰਨਾ ਚੱਲਦਾ ਪਿਆ, ਕੋਈ ਵੀ ਵਿਚਾਰ ਫੁਰਨਾ ਚੱਲਦਾ ਹੈ, ਤਾਂ ਤੁਹਾਡਾ ਸਰੀਰ ਦੇ ਨਾਲ ਆਟੋਮੈਟਿਕ ਸੰਬੰਧ ਹੋ ਜਾਏਗਾ ਆਪਣੇ ਆਪ। ਤੇ ਜੇ ਤੁਸੀਂ ਵਿਚਾਰ ਫੁਰਨਾ ਸ਼ਬਦ ਦੁਆਰਾ ਬੰਦ ਕਰ ਲਿਆ, ਉਧਰੋਂ ਧਿਆਨ ਹਟਾਤਾ, ਆਪਣੇ ਆਪ ਹੀ ਤੁਸੀਂ ਸਰੀਰ ਤੋਂ ਰਹਿਤ ਹੋ ਜਾਓਗੇ। ਜੇ ਵਿਚਾਰ ਚੱਲਦਾ ਤਾਂ ਸਰੀਰ ਵਿੱਚ ਆਓਗੇ, ਵਿਚਾਰ ਰੁਕ ਜਾਏਗਾ, ਫੁਰਨਾ ਰੁਕ ਜਾਏਗਾ ਤੇ ਸਰੀਰ ਤੋਂ ਬਾਹਰ ਹੋ ਜਾਓਗੇ, ਪਾਉਣ ਤੋਂ ਵੱਖ ਹੋ ਜਾਓਗੇ। ਫਿਰ ਮਹਾਰਾਜ ਕਹਿੰਦੇ ਇਹ ਤਰੀਕਾ ਤਾਂ ਸੌਖਾ ਹੈ, ਵਿਚਾਰ ਮਾਰੈ ਤਰੈ ਤਾਰੈ, ਉਲਟ ਜੋੜ ਨਾ ਆਵੇ। ਪਰ ਤੁਸੀਂ ਕਰਨਾ ਸਿੱਖੋ। ਹੁਣ ਆਪਾਂ ਕਰਨਾ ਕੀ ਹੈ, ਆਪਾਂ ਗੁਰੂ ਦੇ ਮੰਤਰ ਦਾ ਅਭਿਆਸ ਕਰਦਿਆਂ ਆਪ ਨੂੰ ਖੁਮਾਰੀ ਦੇ ਵਿੱਚ ਲੈ ਕੇ ਜਾਣਾ, ਆਨੰਦ ਸਹਿਜ ਕਰਦੇ ਜਾਣਾ। ਸਿਮਰਨ ਕਰਦਿਆਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਓਨੀ ਦੇਰ ਤੱਕ ਅਭਿਆਸ ਕਰਦੇ ਰਹਿਣਾ ਹੈ ਜਿੰਨੀ ਦੇਰ ਤੱਕ ਸਾਨੂੰ ਖੁਮਾਰੀ ਨਹੀਂ ਚੜ੍ਹਦੀ। ਉੱਚੀ ਕਰ ਲੈਣਾ ਪਹਿਲੋਂ, ਉਸ ਤੋਂ ਬਾਅਦ ਸਹਿਜ ਸਹਿਜ ਅਸੀਂ ਅਭਿਆਸ ਕਰਦੇ ਕਰਦੇ ਜਿਵੇਂ ਜਿਵੇਂ ਖੁਮਾਰੀ ਚੜ੍ਹਦੀ ਜਾਵੇਗੀ, ਜਿਵੇਂ ਸਾਨੂੰ ਨੀਂਦ ਤੋਂ ਪਹਿਲਾਂ ਖੁਮਾਰੀ ਚੜ੍ਹਦੀ ਹੈ, ਜਿਵੇਂ ਜਿਵੇਂ ਖੁਮਾਰੀ ਚੜ੍ਹਦੀ ਜਾਵੇਗੀ ਉਸੇ ਤਰੀਕੇ ਮਨ ਅੰਤਰਗਤ ਤੁਰਿਆ ਜਾਵੇਗਾ, ਆਪਣੇ ਆਪ ਹੀ ਦ੍ਰਿਸ਼ਟ ਮਨ ਤੋਂ ਵੱਖ ਹੋ ਜਾਏਗਾ, ਇਹ ਸਰੀਰ ਤੋਂ ਪਾਉਣ ਤੋਂ ਵੱਖ ਹੋ ਜਾਏਗਾ। ਜਿਵੇਂ ਨਸ਼ਾ ਹੁੰਦਾ ਹੈ, ਜੋ ਵੈਦ ਨੇ, ਡਾਕਟਰ ਨੇ, ਉਹ ਜਦੋਂ ਕਿਸੇ ਨੂੰ ਨੀਂਦ ਨਹੀਂ ਦਿੰਦੇ, ਨੀਂਦ ਨਹੀਂ ਆਉਂਦੀ, ਵੈਦਾਂ ਪਾਸ ਆਪਾਂ ਜਾਂਦੇ ਹਾਂ ਵੀ ਸਾਡੇ ਕੋਲ ਸਾਨੂੰ ਨੀਂਦ ਨਹੀਂ ਆਉਂਦੀ, ਤਾਂ ਫਿਰ ਉਹ ਕੀ ਕਰਦੇ ਨੇ, ਕੋਈ ਐਸੀ ਗੋਲੀ ਦਵਾ ਦਿੰਦੇ ਆ ਜੋ ਜਾ ਕੇ ਸਾਡੇ ਸਰੀਰ ਨੂੰ ਖੁਮਾਰੀ ਚੜਾ ਦਿੰਦੀ ਆ, ਤੱਤਾਂ ਨੂੰ ਰਿਲੈਕਸ ਕਰ ਦਿੰਦੀ ਹੈ। ਐਸੀ ਗੋਲੀ ਦੇ ਦਿੰਦੇ ਆ, ਦਵਾ ਦੇ ਦਿੰਦੇ ਆ, ਆਪਾਂ ਉਸ ਨੂੰ ਜਦੋਂ ਖਾ ਲਈਦਾ
ਸਾਡਾ ਸਰੀਰ, ਸਾਡਾ ਤੱਤ ਜਿਹੜੇ ਨੇ, ਪੰਜਾਂ ਤੱਤਾਂ ਦਾ ਸਰੀਰ ਰਿਲੈਕਸ ਹੋ ਜਾਂਦਾ, ਖੁਮਾਰੀ ਚੜ ਜਾਂਦੀ ਸਾਨੂੰ, ਸਾਡਾ ਮਨ ਸਰੀਰ ਤੋਂ ਵੱਖ ਹੋ ਜਾਂਦਾ। ਇਹੀ ਤਰੀਕਾ ਹੈ। ਜਦੋਂ ਨੀਂਦ ਆਉਂਦੀ ਏ ਰਾਤ ਦੇ ਸਮੇਂ, ਸਾਡਾ ਸਰੀਰ ਰਿਲੈਕਸ ਹੋ ਜਾਂਦਾ, ਮਨ ਆਪਣੇ ਆਪ ਹੀ ਬਾਹਰ ਨਿਕਲ ਜਾਂਦਾ। ਜਦੋਂ ਆਪਾਂ ਕੰਮ ਕਰਦੇ ਹਾਂ ਸਾਰਾ ਦਿਨ, ਕੰਮ ਕਰਦਿਆਂ ਕਰਦਿਆਂ ਸਰੀਰ ਥਕਾਵਟ ਵਿੱਚ ਆ ਜਾਂਦਾ, ਤੱਤ ਥਕਾਵਟ ਵਿੱਚ ਆ ਜਾਂਦੇ ਆ, ਆਪਾਂ ਮੰਜੇ ਤੇ ਬਿਸਤਰੇ ਤੇ ਲੰਮੇ ਪਏ, ਸਰੀਰ ਰਿਲੈਕਸ ਹੋ ਗਿਆ, ਆਪਣੇ ਆਪ ਹੀ ਮਨ ਬਾਹਰ ਹੋ ਗਿਆ, ਕਿਉਂਕਿ ਸਰੀਰ ਵਿੱਚ ਹੋਰ ਕਰਮ ਕਰਨ ਦੀ ਤਾਕਤ ਨਹੀਂ। ਇਹੀ ਤਰੀਕਾ ਆਪਾਂ ਸਰੀਰ ਤੋਂ ਮਨ ਨੂੰ ਵੱਖ ਕਰਕੇ ਆਪ ਦੇ ਘਰ ਲਿਜਾਣ ਦੇ ਲਈ ਵਰਤਣਾ ਹੈ। ਆਪਾਂ ਗੁਰੂ ਦੇ ਮੰਤਰ ਦਾ ਅਭਿਆਸ ਕਰਦਿਆਂ ਆਪ ਦੀ ਆਵਾਜ਼ ਨੂੰ, ਜਿਵੇਂ ਮਾਤਾ ਬੱਚੇ ਨੂੰ ਕੋਈ ਲੋਰੀ ਸੁਣਾਉਂਦੀ ਹੈ, ਕੋਈ ਕਵਿਤਾ ਸੁਣਾਉਂਦੀ ਹੈ, ਗੀਤ ਸੁਣਾਉਂਦੀ ਹੈ, ਬੱਚੇ ਨੂੰ ਸੁਣਾਉਂਦੇ ਉਹਦੇ ਉੱਤੇ ਸਰੀਰ ਤੇ ਹੱਥ ਫੇਰਦੀ ਰਹਿੰਦੀ ਹੈ, ਉਹ ਰਿਲੈਕਸ ਹੋ ਜਾਂਦਾ, ਉਹ ਸੌਂ ਜਾਂਦਾ। ਇਸੇ ਤਰੀਕੇ ਆਪਾਂ ਗੁਰੂ ਦੀ ਕਹਾਣੀ ਮਨ ਨੂੰ ਸੁਣਾਉਣੀ ਆ, ਸ਼ਬਦ ਦੀ ਕਹਾਣੀ ਸੁਣਾਉਣੀ ਹੈ, ਗਿਆਨ ਦੀ ਗੱਲ ਨਹੀਂ। ਆਪਾਂ ਹੌਲੀ ਹੌਲੀ ਵਾਹਿਗੁਰੂ ਵਾਹਿਗੁਰੂ ਇਸ ਤਰ੍ਹਾਂ ਕਰਦੇ ਕਰਦੇ ਖੁਮਾਰੀ ਚੜ੍ਹਦੀ ਜਾਏਗੀ, ਆਨੰਦ ਬਣਦਾ ਜਾਏਗਾ। ਇਹ ਅਸੀਂ ਲੰਬੇ ਪੈ ਕੇ ਕਰੀਏ ਚਾਹੇ ਬੈਠ ਕੇ ਕਰੀਏ, ਉਹ ਸਾਡੀ ਮਰਜ਼ੀ ਹੈ, ਪਰ ਕਰਨਾ ਸਾਵਧਾਨ ਹੋ ਕੇ, ਇਕਾਗਰ ਚਿੱਤ ਹੋ ਕੇ, ਮਨ ਕਰਕੇ ਪੂਰੀ ਸਾਵਧਾਨੀ। ਫਿਰ ਜਪਦੇ ਹਾਂ ਜਦੋਂ ਸਾਡਾ ਮਨ ਇਸ ਤਰ੍ਹਾਂ ਲੱਗਦਾ ਕਿ ਵੀ ਹੁਣ ਸਰੀਰ ਦੇ ਹੋਠ ਵੀ ਨਹੀਂ ਹਿੱਲਦੇ, ਇੰਨਾ ਸਰੀਰ ਆਨੰਦ ਵਿੱਚ ਚਲਾ ਜਾਂਦਾ ਹੈ, ਇਹ ਬੁੱਲ੍ਹ ਵੀ ਹਿੱਲਣੋਂ ਜਿਹੜੇ ਨੇ ਬੰਦ ਹੋ ਜਾਂਦੇ ਆ, ਵੀ ਇੰਨਾ ਨਸ਼ਾ ਹੋ ਜਾਂਦਾ ਸਿਮਰਨ ਕਰਦੇ। ਜਦੋਂ ਪੂਰਾ ਨਸ਼ਾ ਹੋ ਗਿਆ, ਖੁਮਾਰੀ ਚੜ੍ਹ ਗਈ, ਉੱਥੇ ਫਿਰ ਚੁੱਪ ਹੋ ਜਾਣਾ, ਨਾ ਤਨ ਕਰਕੇ ਸਿਮਰਨ ਕਰਨਾ ਹੈ, ਨਾ ਮਨ ਕਰਕੇ ਸਿਮਰਨ ਕਰਨਾ ਹੈ। ਸਿਮਰਨ ਨਹੀਂ ਕਰਨਾ। ਫਿਰ ਜਦੋਂ ਖੁਮਾਰੀ ਵਿੱਚ ਆ ਜਾਵੇ ਮਨ, ਫਿਰ ਕੀ ਕਰਨਾ? ਉੱਥੇ ਕੁਝ ਨਹੀਂ ਕਰਨਾ। ਜਦੋਂ ਵਿਚਾਰ ਰੁਕ ਗਏ, ਸਰੀਰ ਸਹਿਜ ਹੋ ਗਿਆ, ਸੁਖੋਪਿਤ ਅਵਸਥਾ ਆ ਗਈ, ਉੱਥੇ ਸਿਰਫ ਫਿਰ ਧਿਆਨ ਰੂਪ ਹੋ ਕੇ, ਚੇਤਨ ਰੂਪ ਹੋ ਕੇ, ਨੇਤਰ ਬੰਦ, ਮੁੱਖ ਉੱਪਰ ਹੁੰਦਾ, ਸੁੰਨ 'ਚ ਬੈਠ ਜਾਣਾ, ਸਹਿਜ 'ਚ ਬੈਠ ਜਾਣਾ। ਉੱਥੇ ਫਿਰ ਜਿਨ੍ਹਾਂ ਦੇ ਅੰਦਰ ਸ਼ਬਦ ਅਨਹਦ ਚੱਲਦਾ ਹੈ, ਉਹਨਾਂ ਨੂੰ ਅਨਹਦ ਦੀ ਧੁਨ ਬੜੇ ਪਿਆਰ ਨਾਲ ਸੁਣਦੀ ਰਹਿੰਦੀ ਹੈ, ਸੁਣ ਸੁਣ ਕੇ ਆਨੰਦ ਆਈ ਜਾਏਗਾ। ਸਰੀਰ ਜਿਹੜਾ ਹੈ ਉਹ ਥੰਮਿਆ ਗਿਆ, ਠਾਕਾ ਲੱਗ ਗਿਆ ਇਸ ਨੂੰ। ਮਹਾਰਾਜ ਕਹਿੰਦੇ 9 ਦਰ ਠਾਕੇ ਧਾਵਤ ਰਹਾਏ। 9 ਦਰ ਨੂੰ ਠਾਕ ਦਿੱਤਾ ਗੁਰਬਾਣੀ। ਗੁਰੂ ਕਹਿੰਦੇ 9 ਦਰ ਠਾਕੇ ਧਾਵਤ ਰਹਾਏ, 10ਵੇਂ ਨਿਜ ਘਰ ਵਾਸਾ ਪਾਏ। ਜਦੋਂ 9 ਦਰਵਾਜ਼ੇ ਰਿਲੈਕਸ ਹੋ ਗਏ, 9 ਦਰ ਠਾਕੇ ਧਾਵਤ ਰਹਾਏ, ਫਿਰ ਕੀ ਕਹਿੰਦੇ? 10ਵੇਂ ਨਿਜ ਘਰ ਵਾਸਾ ਪਾਏ। 10ਵਾਂ ਜਿਹੜਾ ਨਿੱਜੀ ਘਰ ਹੈ, ਸਾਡਾ ਆਪ ਦਾ ਮਾਲਕ ਨੇ ਬਣਾ ਕੇ ਦਿੱਤਾ ਹੈ। ਤੇ ਨਿਸ਼ਾਨੀ ਕੀ? ਕਹਿੰਦੇ ਉੱਥੇ ਅਨਹਦ ਸ਼ਬਦ ਵਜੈ ਦਿਨ ਰਾਤੀ, ਗੁਰਮਤੀ ਸ਼ਬਦ ਸੁਣਾਵਣੇ ਆ। 9 ਦਰਾਂ ਨੂੰ ਸਿਮਰਨ ਕਰਕੇ ਰਿਲੈਕਸ ਕਰ ਦਿੱਤਾ। ਤੇ ਜਿਹੜੀ ਆਪਾਂ ਗੱਲ ਕਹੀ ਆ ਵੀ 2 ਹੀ ਦੇਸ਼ ਨੇ, ਇੱਕ ਅਸਥੂਲ ਇੱਕ ਸੂਖਮ, ਇੱਕ ਦ੍ਰਿਸ਼ਟਮਾਨ ਇੱਕ ਨਿਰਗੁਣ। ਦ੍ਰਿਸ਼ਟਮਾਨ ਕਹਿ ਦਿੱਤਾ ਸਰੀਰ ਨੂੰ, ਅਸਥੂਲ ਕਹਿ ਦਿੱਤਾ ਸਰੀਰ ਨੂੰ। ਜੇ ਮਨ ਸਰੀਰ ਵਿੱਚ ਨਹੀਂ ਤਾਂ ਤੀਸਰੀ ਜਗ੍ਹਾ ਨਹੀਂ ਹੈ ਕੋਈ, ਮਨ ਸੂਖਮ ਵਿੱਚ ਹੀ ਜਾਏਗਾ, ਸਹਿਜ ਸੁੰਨ 'ਚ ਹੀ ਜਾਏਗਾ। ਹੁਣ ਸਿਮਰਨ ਕਰਦਿਆਂ ਕਰਦਿਆਂ ਹੋਰ ਕੋਈ ਵਿਚਾਰ ਨਹੀਂ, ਆਪਦੇ ਆਪ ਨੂੰ ਆਨੰਦ ਵਿੱਚ ਲੈ ਗਏ। 9 ਦਰ ਠਾਕ ਦਿੱਤੇ, ਭਾਵ ਅੱਖਾਂ ਦੇਖ ਨਹੀਂ ਰਹੀਆਂ, ਕੰਨ ਸੁਣ ਨਹੀਂ ਰਹੇ, ਮੁੱਖ ਬੋਲ ਨਹੀਂ ਰਿਹਾ, ਮਲ ਮੂਤ ਇੰਦਰੀਆਂ ਰਿਲੈਕਸ ਨੇ। ਇਹ 9 ਦਰਵਾਜ਼ੇ। ਹੁਣ ਅਸੀਂ ਨੇਤਰ ਬੰਦ ਕਰਕੇ ਬੈਠੇ ਹਾਂ ਸਿਰਫ ਧਿਆਨ ਦੇ ਵਿੱਚ। ਫਿਰ ਕਹਿੰਦੇ ਉੱਥੇ ਅਨਹਦ ਸ਼ਬਦ ਵਜੈ ਦਿਨ ਰਾਤੀ, ਗੁਰਮਤੀ ਸ਼ਬਦ ਸੁਣਾਵਣੇ ਆ। ਉੱਥੇ ਸ਼ਬਦ ਵੱਜਦੇ ਪਏ ਨੇ ਦਿਨ ਰਾਤ, ਜਿਹਨੂੰ ਕਹਿੰਦੇ ਨੇ ਕਰ ਕਰ ਤਾਲ ਪਖਾਵਜ ਨੈਨੋ, ਮਾਥੇ ਵਜੈ ਰਬਾਬਾ, ਕਰਨੋ ਮੱਧ ਬਾਂਸਰੀ ਵਾਜੈ, ਜੀਵਾ ਧੁਨ ਅਗਾਜਾ। ਨਿਰਤ ਕਰੈ ਕਰ ਮਨੁਆ, ਨਾਚੈ ਆਣੈ ਘੁੰਗਰ ਸਾਜਾ, ਰਾਮ ਕੋ ਨਿਰਤਕਾਰੀ। ਮਹਾਰਾਜ ਕਹਿੰਦੇ ਉੱਥੇ ਰਬਾਬ ਪਖਾਵਜ ਘੁੰਗਰੂ ਸਾਰਾ ਵੱਜਦਾ ਪਿਆ। ਜੇ ਸਾਨੂੰ ਨਹੀਂ ਸੁਣਦਾ ਸੁੰਨ ਵਿੱਚ ਜਾ ਕੇ, ਮਤਲਬ ਅਸੀਂ ਅਜੇ ਆਪ ਦੇ ਘਰ 'ਚ ਨਹੀਂ ਬੈਠਦੇ, ਹਜੇ ਆਕਾਸ਼ ਦੇ ਵਿੱਚ ਸਾਡਾ ਮਨ ਹੈ, ਆਕਾਸ਼ ਤੱਤ ਨੂੰ ਛੱਡਿਆ ਨਹੀਂ। ਜਿਵੇਂ ਗੁਰਦੁਆਰਾ ਸਾਹਿਬ ਦੇ ਆਪਾਂ ਦਰਬਾਰ ਸਾਹਿਬ ਚਲੇ ਜਾਂਦੇ ਹਾਂ, ਤੇ ਦਰਬਾਰ ਸਾਹਿਬ ਦੀ ਕੀ ਨਿਸ਼ਾਨੀ ਹੈ? ਉੱਥੇ 18 ਘੰਟੇ ਕੀਰਤਨ ਹੁੰਦਾ।
दरबार साहब गए हो तो अंदर कीर्तन हो ही रहा, दरबार साहब गए हो तो अंदर सतगुरु गुरु ग्रंथ साहब महाराज जी का प्रकाश तो है ही है। हुण तुसीं किसी होर उत्थे नाल बिल्डिंग में चले जाओ, पहली बार गए हो, ਤੁਹਾਨੂੰ फोन आ गया दरबार साहब पहुँच गए, हाँ जी पहुँच गए, कहते कीर्तन किहड़ा शब्द चलता है, कहते इत्थे तो कोई कीर्तन नहीं हो रहा, कहते जी महाराज प्रकाश ने, कहता ना ये तो खाली है जी कमरा है। वो आंदे फिर दरबार साहब नहीं तुसीं गए, उत्थों पता करो दरबार साहब का नक्शा किहड़े पासे है। इसे तरीके जदों असीं आप दे अंदर सहज दे विच दसम घर दे विच साडी सुरती लगदी है, महाराज ने कहा उत्थों की निशानी है, उत्थे अनहद शब्द वजाए दिन राती, उत्थे अनहद शब्द दिन रात वजदे पे, जिसनों महाराज कहते ने गुरमुख अंतर सहज है मन चढ़िया दसवें आकाश, तिथे ऊंघ ना भुख है हर अमृत नाम सुखवास, नानक दुख सुख व्यापत नहीं जिथे आत्म राम प्रगास, उत्थे आत्म राम का प्रगास है। ते जे सुरती ने सिर्फ उत्थे जाना ही है, ये नहीं आप अनहद शब्द वजाने आ, कोई खास पॉइंट ते ध्यान लाउणा है। जदों आपदे घर दे विच सुरती जाएगी, निज घर महल पावो सुख सहजे, उत्थे सुख आएगा, सहज आएगी। ते अनहद शब्द वज ही रहे आ, दिन रात वजदे पे आ, असीं सुनने आ जाके, असीं कहने जी असीं सुन विच बैठदे आ, दसवें घर च साडा मन, पर विचार फिर आ जांदे ने, फिर वो घर नहीं जांदे। महाराज कहंदे निज घर महल पावो सुख सहजे, उत्थे तां सुख है, सहज है, उत्थे तां अनहद शब्द वज रिहा, साडे अंदर दी कहानी दसदे। फिर जे तुसीं हजे विचार आउंदा है, हजे वाजे वजदे नहीं सुनदे, हजे थल्ले हो, हजे आकाश तक हो। पंज तत्तां दा ये शरीर बनिया, पंजे तत्तां नूं असीं पार करके आपदे घर जाना हुंदा। पाउण दा ताते सवासां तो ध्यान हट जावे, पानी दा ताते शरीर दे विचों अंदरले पासों ध्यान हट जावे, अगन दा ताते जो गरमैश विचों ध्यान हट जावे। धरती आ सारा शरीर है, उपरला पासा उपरला भाग शरीर दा धरती है, विचला भाग जिहड़ा है वो पानी है, जल है, ऊपर धरती नीचे जल, बाहर पौण है, अगन दे सारे सारी चलदी। वो पंजवां तत्त जिहड़ा आकाश है साडा, वो सूखम तत्त है, वो आपां अखां बंद करदे आ, फिर वो पंजवां तत्त सूखम सामने आउंदा। ये तो आपां चार तत्त सिमरन करके बंद कर लिया, ठाक लिया। हुण जिहड़ा पंजवां तत्त पार मन करदी है सुरती, जिथों परा बाणी प्रगट हुंदी, वो अखां बंद करदे आ, जिहड़ा हनेरा हो गया ना, ये आकाश है। साडी सुरत सिमरन करके अंतरगत जदों घर आपदे वापसी करन लगदी, तो वो पंजवें तत्त आकाश विच ध्यान लग जांदा, उत्थे नींद आ जांदी है, फिर कोई सुणदा ही नहीं। तो जदों आकाश विच नींद आ गई, आकाश विच सारे आकार ही आकार पए ने, साडियां अज तक जिन्नियां भी असीं जूनियां भोगियां जन्म भोगे ने, सारे रिकॉर्ड पए ने। उत्थे जाके फिर सुपना चल पैंदा, सारी रात कोई दृश्य दिखेगा, सुपना चल पिया, विचार चल पे, उतों फिर शरीर में वापस। मतलब दृष्टमान माया तो पार कर लई, अगे सूखम माया फिर फड़ लिया, आकाश पार नहीं होया। पंजवां तत्त आकाश का पार होएगा, ऊपर प्रकाश ही प्रकाश है, सच ही सच है। वो आपदी स्टेज में बैठे हुए आसन ला के, वड्डा साहब ऊंचा थाओ, ऊंचे ऊपर ऊंचा ना, एवड ऊंचा होवे कोई तीस ऊंचे को जान सो। जे कोई इन्नी ऊंचाई ते जाएगा, आकाश उहदे चरनां दे विच है, मालक दे, मालक आकाश दे उपर चरण रख के बैठा होया। आ धरती है, धरती ब्रह्मंड का चक्कर ला रही, आप धरती के उपर बैठे, इत्थे आ सारा आकाश है। जिहड़ा प्रकाश है, मालक कहंदे ने वो आकाश के उपर चरण रख के बैठा। आकाश नूं जदों पार करांगे, उहदे चरनां विच जावांगे, क्योंकि कद तां उहदा पता नहीं, इस करके उहदे चरनां दे दर्शन कर सकते हैं असीं, प्रकाश रूपी चरनां दे। कद तां उहदा पता नहीं ना भी किन्ना कुछ है, किन्ना क वड्डा है। हुण इस करके असीं ध्यान रखना है, जदों विचार रुक गए सिमरन करके, उदों फिर असीं सुन दे विच, सहज दे विच, कहो कबीर खोजो आसमान, आसमान दे विच बैठना है। तो ख्याल रखना भी उत्थे नींद ना आवे, सुपना ना चले,
क्योंकि जे नींद आ गई, सुपना चल पिया, साडी मेहनत फिर उत्थे रुक गई, उत्थे फिर डिग पए असीं। जिवें इत्थे आपां सिमरन करदे करदे विचार चल पैंदे ने, फुरने चल पैंदे ने, आपां कहने आ ना वो मेरा ध्यान तां विचारां च आ गया सी। इस तरह ध्यान दे विच भी माया महामोहनी दूतां लाई। ਜਦੋਂ ਅਸੀਂ ਧਿਆਨ ਦੇ ਵਿੱਚ, ਸਹਿਜ ਦੇ ਵਿੱਚ ਆਪਦੇ ਅੰਦਰ ਦੀ ਖੋਜ ਕਰਦੇ ਹਾਂ, ਤੇ ਉਹ ਉੱਥੇ ਵੀ ਫਿਰ ਆਕਾਸ਼ ਤੱਤ ਨੂੰ ਪਾਰ ਨਹੀਂ ਹੋਣ ਦਿੰਦੀ, ਦੇਵਲੋਕ ਤੋਂ ਪਾਰ ਨਹੀਂ ਨਿਕਲਣ ਦਿੰਦੀ। ਉੱਥੇ ਫਿਰ ਸਾਡੇ ਮਨ ਨੂੰ ਨੀਂਦ ਪੈ ਜਾਂਦੀ। ਮਹਾਰਾਜ ਕਹਿੰਦੇ ਜੇ ਤੁਸੀਂ ਆਪਦੇ ਘਰ ਦੇ ਵਿੱਚ ਆਉਣਾ ਜਾਣਾ ਬਣਾ ਲਿਆ, ਉੱਥੇ ਨੀਂਦ ਨਹੀਂ ਹੈਗੀ, ਉੱਥੇ ਦਿਹੋਂ, ਇੱਥੇ ਸਭ ਰਾਤ, ਇੱਥੇ ਰਾਤ ਹੀ ਰਾਤ ਹੈ, ਉੱਥੇ ਦਿਨ ਹੀ ਚੜ੍ਹਿਆ ਰਹਿੰਦਾ। ਉਹ ਉੱਥੇ ਮਾਲਕ ਨੂੰ ਚੰਦ ਸੂਰਜ ਦੀ ਲੋੜ ਨਹੀਂ, ਉਹਨਾਂ ਦਾ ਆਪ ਦਾ ਹੀ ਪ੍ਰਕਾਸ਼ ਹੈ। ਜਿਮੀ ਜਮਾਨ ਕੇ ਵਿਖੇ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾੜ ਹੈ, ਨਾ ਘਾਟ ਬਾਟ ਹੋਤ ਹੈ। ਉਹ ਘਟਦੀ ਵੱਧਦੀ ਨਹੀਂ ਜੋਤ। ਇਸ ਕਰਕੇ ਮਹਾਰਾਜ ਕਹਿੰਦੇ ਬਿਨ ਦੇਖੇ ਉਪਜੇ ਨਹੀਂ ਆਸਾ, ਜੋ ਦਿਸੈ ਸੋ ਬਿਨਸ ਬਿਨਾਸਾ। ਮਹਾਰਾਜ ਕਹਿੰਦੇ ਜਿੰਨੀ ਦੇਰ ਤੱਕ ਫਿਰ ਦਰਸ਼ਨ ਨਾ ਹੋਣਗੇ, ਤੁਹਾਡੀ ਆਸ ਨਹੀਂ ਬਣਨੀ, ਮਨ ਵਿੱਚ ਕਲਪਨਾ ਰਹੀ ਜਾਂਦੀ ਹੈ। ਇਸ ਕਰਕੇ ਕੋਸ਼ਿਸ਼ ਕਰੋ ਕਿ ਸਿਮਰਨ ਕਰਕੇ ਮਾਲਕ ਦੀ ਆਵਾਜ਼ ਸੁਣੋ, ਉਹਨਾਂ ਦੇ ਦਰਸ਼ਨ ਕਰੋ। ਹੁਣ ਉਹ ਦਰਸ਼ਨਾਂ ਵਿੱਚ ਤੇ ਆਵਾਜ਼ ਵਿੱਚ ਇੱਕ ਹੀ ਅੜਿੱਕਾ ਹੈ, ਉਹ ਸਾਡੇ ਵਿਚਾਰ ਨੇ, ਫੁਰਨੇ, ਫਿਕਰਾਂ, ਸੰਸੇ। ਕਰਮ ਨੂੰ ਇੰਨਾ ਦ੍ਰਿੜ ਕੀਤਾ ਹੋਇਆ, ਪੰਜੇ ਦੂਤ ਇਸੇ ਦਾ ਫਾਇਦਾ ਚੱਕਦੇ ਨੇ, ਵਾਰ-ਵਾਰ ਸਾਡੇ ਮਨ ਨੂੰ ਉਸੇ ਧਾਤ ਦੇ ਰਸਤੇ ਤੇ ਲੈ ਜਾਂਦੇ ਨੇ। ਜੇ ਅਸੀਂ ਸੰਗਤ ਵਿੱਚ ਬੈਠੇ ਹਾਂ ਤਾਂ ਕਰਮ ਦੇ ਫੁਰਨੇ, ਸਿਮਰਨ ਕਰ ਰਹੇ ਹਾਂ ਤਾਂ ਕਰਮ ਦੇ ਫੁਰਨੇ, ਸਾਧੂ ਸੰਤਾਂ ਪਾਸ ਜਾਈਏ ਤਾਂ ਕਰਮ ਦੇ ਫੁਰਨੇ। ਕਰਮ ਅਸੀਂ ਆਪ ਦੇ ਨਾਲ ਲੈ ਕੇ ਜਾਂਦੇ ਹਾਂ। ਤੇ ਮਹਾਰਾਜ ਕਬੀਰ ਸਾਹਿਬ ਕਹਿੰਦੇ ਜਦੋਂ ਸਾਧੂ ਸੰਤਾਂ ਕੋਲ ਜਾਈਏ, ਕਿਸੇ ਨੂੰ ਨਾਲ ਨਹੀਂ ਲੈ ਕੇ ਜਾਣਾ ਚਾਹੀਦਾ। ਉਹ ਆ ਦੁਨਿਆਵੀ ਸਰੀਰਾਂ ਦੀ ਗੱਲ ਨਹੀਂ ਕਰਦੇ, ਵੀ ਮਨ ਖਾਲੀ ਕਰਕੇ ਜਾਣਾ ਚਾਹੀਦਾ ਹੈ। ਉਹ ਕਿਉਂਕਿ ਅਸੀਂ ਉੱਥੋਂ ਹੁਕਮ ਲੈਣ ਚੱਲੇ ਹਾਂ, ਬਾਣੀ ਦੀ ਖੇਡ ਸਿੱਖਣ ਚੱਲੇ ਹਾਂ, ਤੇ ਜੇ ਨਾਲ ਆਪਦੇ ਕਰਮ ਦੇ ਫੁਰਨੇ ਲੈ ਜਾਂਦੇ ਹਾਂ। ਸੰਗਤ ਵਿੱਚ ਲਾਹਾ ਹੁੰਦਾ, ਆਪਾਂ ਉੱਥੇ ਜਾ ਕੇ ਕੀ ਕਹਿੰਦੇ ਹਾਂ, ਬਸ ਜੀ ਟਾਈਮ 'ਚੋਂ ਟਾਈਮ ਕੱਢ ਕੇ ਆਏ ਸੀ, ਘੰਟਾ ਕੁ, ਦੱਸੋ ਕੋਈ ਦੇ ਦਿਓ ਸਾਨੂੰ ਵੀ ਰਤਨ ਜੀ। ਉਹ ਕਹਿੰਦੇ ਨੇ ਜੀ ਤੁਸੀਂ ਨਾਲ ਤਾਂ ਇੰਨੀ ਜਨਤਾ ਲੈ ਆਏ ਜੇ, ਸਾਡੇ ਕੋਲ ਜਗ੍ਹਾ ਹੀ ਨਹੀਂ ਹੈਗੀ, ਕਿੱਥੇ ਬਿਠਾਈਏ ਤੁਹਾਨੂੰ। ਨਾਲ ਤਾਂ ਇੰਨੇ ਵਿਚਾਰਾਂ ਦਾ ਲਸ਼ਕਰ ਗਿਆ, ਆਹ ਵੀ ਕੰਮ ਕਰਨਾ ਹੈ, ਆਹ ਵੀ ਕਰਨਾ ਹੈ, ਆਹ ਵੀ ਕਰਨਾ ਹੈ, ਆਹ ਵੀ ਕਰਨਾ, ਉਹਨੂੰ ਦ੍ਰਿੜ ਕਰਾਇਆ। ਤੇ ਸਾਧੂ ਨੂੰ ਕਹਿੰਦੇ ਦਿਆ ਜੇ ਥੋੜ੍ਹਾ ਜਿਹਾ, ਦੇ ਤੁਸੀਂ ਇਕੱਲੇ ਆਉਣਾ ਸੀ, ਇੰਨੇ ਨਾਲ ਕਿਉਂ ਲੈ ਆਏ ਜੇ। ਉਹ ਇੱਧਰ ਵੇਖਦਾ, ਨਾਲ ਤਾਂ ਇੱਧਰ ਨਹੀਂ ਕੋਈ, ਇੱਧਰ ਵੀ ਨਹੀਂ ਕੋਈ। ਉਹ ਆਂਦਾ ਕੋਈ ਕਮਲਾ ਲੱਗਦਾ ਹੈ। ਆਂਦੇ ਜੀ ਤੁਸੀਂ ਇੰਨੇ ਬੰਦੇ ਨਾਲ ਲੈ ਆਏ ਹੋ, ਇਕੱਲੇ ਆਉਣਾ ਸੀ, ਸਾਡੇ ਕੋਲ ਬਿਠਾਉਣ ਦੇ ਲਈ ਇੰਨੇ ਬੰਦਿਆਂ ਦੀ ਜਗ੍ਹਾ ਨਹੀਂ ਹੈਗੀ। ਆਂਦਾ ਜੀ ਮੈਂ ਤਾਂ ਇਕੱਲਾ ਹੀ ਆਇਆ, ਉੱਥੋਂ ਟ੍ਰੇਨ ਚੜ੍ਹਿਆ ਜੀ, ਤੇ ਇੱਥੇ ਆਟੋ ਤੋਂ ਬਹਿ ਕੇ ਤੁਹਾਡੇ ਕੋਲ ਆ ਗਿਆ। ਆਂਦਾ ਨਹੀਂ, ਬਹੁਤ ਤੁਹਾਡੇ ਨਾਲ ਖੜੇ ਨੇ ਇੱਧਰ। ਉਹ ਕੌਣ ਖੜੇ ਨੇ? ਪੰਜੇ ਦੂਤ ਖੜੇ ਨੇ, ਆਸਾ ਮਨਸਾ ਖੜੀਆਂ ਨੇ, ਘਰ ਖਲੋਤਾ ਹੈ, ਗ੍ਰਿਸ਼ਤ ਖਲੋਤੀ ਹੈ, ਵਪਾਰ, ਜ਼ਮੀਨ ਜਾਇਦਾਦ, ਧੰਦੇ, ਆਹ ਇੱਥੇ ਖੜੇ ਨੇ ਸਾਰੇ ਨਾਲ। ਸਾਧੂ ਆਂਦੇ ਹੁਣ ਤੈਨੂੰ ਬਿਠਾਈਏ ਕਿ ਇਹਨਾਂ ਨੂੰ ਬਿਠਾਈਏ, ਕਿਹਨੂੰ ਬਿਠਾਈਏ? ਉਹ ਚੋਟ ਕੀਤੀ ਗੁਰਮੁਖਾਂ ਨੇ ਉਹਨਾਂ ਦੇ ਮਨ ਤੇ, ਵੀ ਅਸੀਂ ਤਾਂ ਇੱਥੇ ਖਾਲੀ ਮਨ ਨੂੰ ਬਿਠਾ ਸਕਦੇ ਹਾਂ, ਉਦੋਂ ਵੱਧ ਜਗ੍ਹਾ ਨਹੀਂ। ਤੁਹਾਡੀਆਂ ਆਸਾਂ ਮਨਸਾਂ ਨੂੰ ਵੀ ਇੱਥੇ ਬਿਠਾ ਲਈਏ, ਮੇਰੇ ਆਹ ਵੀ ਕੰਮ ਪਹਿਲੋਂ ਜੀ ਨਿਬੇੜੋ, ਮੇਰੀ ਆਹ ਵੀ ਅਰਦਾਸ ਕਰੋ, ਆਹ ਵੀ। ਆਂਦਾ ਇਹਨਾਂ ਨੂੰ ਵਾਸਤੇ ਸਾਡੇ ਕੋਲ ਕੁਰਸੀਆਂ ਨਹੀਂ ਹੈਗੀਆਂ, ਤੂੰ ਇਕੱਲਾ ਬਹਿਣਾ, ਨਾਮ ਸੱਚ ਦਾ ਲਾਹਾ ਲੈਣਾ ਤੇ ਬਹਿ ਜਾ। ਤੇ ਜਿਹੜੇ ਆ ਨਾਲ ਇੰਨਾ ਪੰਡ ਭਰੀ ਫਿਰਦਾ ਹੈ, ਇਹਨਾਂ ਨੂੰ ਬਾਹਰ ਛੱਡ ਕੇ ਆਓ। ਉਹ ਇੱਕ ਸਾਡੇ ਮਨ ਨੂੰ ਸਮਝਾਉਣ ਦੇ ਲਈ ਆ। ਕਬੀਰ ਜੋ ਮਿਲਣੇ ਜਾਈਏ ਸਾਧ ਪੈ ਸਾਥ ਨਾ ਲੀਜੈ ਕੋਈ। ਅਸੀਂ ਖਾਲੀ ਹੋ ਕੇ ਜਾਣਾ, ਖਾਲੀ ਹੋ ਕੇ ਉੱਥੇ ਜਾ ਕੇ ਉਹਨਾਂ ਨੂੰ ਪੁੱਛਣਾ ਹੈ, ਪੁੱਛੋ ਸੰਤ ਮੇਰਾ ਠਾਕੁਰ ਕੈਸਾ। ਸਾਨੂੰ ਦੱਸੋ ਜੀ। ਮਸੀਂ ਤਾਂ ਕਿਤੇ 4 ਯੁਗਾਂ ਦੇ ਬਾਅਦ ਸਾਧੂ ਦਾ ਸੰਗ ਮਿਲਿਆ ਏ, ਸਾਧੂ ਦਾ ਸੰਗ ਮਿਲਿਆ ਤੇ ਇੰਨੇ ਭਵਜਲ ਫੁਰਨਿਆਂ ਵਿੱਚੋਂ ਬੜੇ ਵੱਡੇ ਸੂਰਮੇ ਬਣ ਕੇ ਅਸੀਂ ਨਿਕਲ ਕੇ ਆਏ ਹਾਂ। ਹੁਣ ਤੁਸੀਂ ਦੱਸੋ ਜੀ ਕਿਵੇਂ ਕਰੀਏ? ਉਹ ਫਿਰ ਕਹਿੰਦੇ ਨੇ ਪਹਿਲਾ ਮਰਨ ਕਬੂਰ ਕਰ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ, ਤੋ ਆਓ ਹਮਾਰੇ ਪਾਸ। ਇੱਥੇ ਆਏ ਉਹ ਮਰਨਾ ਕਬੂਲ ਕਰਕੇ ਆਇਆ। ਜੇ ਕਿਤੇ ਜੀਵਨ ਦੀਆਂ ਆਸਾਂ ਵੀ ਆਹ ਵੀ ਚਾਹੀਦਾ ਹੈ, ਆਹ ਵੀ ਚਾਹੀਦਾ ਹੈ, ਉਹ ਆਸਾਂ ਨਾ ਸਾਡੇ ਕੋਲ ਲੈ ਕੇ ਆਇਆ ਜੇ, ਕਿਉਂਕਿ ਅਸੀਂ ਤੁਹਾਨੂੰ ਦੇਣਾ ਨਾਮ। ਅਸੀਂ ਤੁਹਾਨੂੰ ਨਾਮ ਦਾ ਖਜ਼ਾਨਾ ਦਿਵਾਉਣਾ ਚਾਹੁੰਦੇ ਹਾਂ, ਪਰ ਨਾਮ ਦੇ ਖਜ਼ਾਨੇ ਨੂੰ ਲੈਣ ਦੇ ਲਈ ਜਿਹੜੀ ਰੁਕਾਵਟ ਹੈ, ਉਹ ਜੀਵਨ ਦੀਆਂ ਆਸਾਂ ਜਿਹੜੀਆਂ ਨੇ, ਉਹ ਨਾਮ ਦਾ ਖਜ਼ਾਨਾ ਨਹੀਂ ਲੈਣ ਦਿੰਦੀਆਂ। ਤਾਂ ਸਾਡੇ ਕੋਲ ਜੀਵਨ ਦੀ ਆਸ ਨਾ ਲੈ ਕੇ ਆਓ। ਹਾਂ,
ਰਤਨ ਧਨ ਐਸਾ ਦਵਾ ਦਿਆਂਗੇ, ਮੁੜ ਕੇ ਸਾਰੀਆਂ ਹੀ ਆਸਾਂ ਮਨਸਾ ਜੋ ਵੀ ਨੇ, ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹਿ, ਏਕ ਸ਼ਬਦ ਲਿਵ ਲਾਏ ਨਵ ਨਿਧੀ 18 ਸਿੱਧੀ, ਪਿੱਛੇ ਲੱਗੀਆਂ ਫਿਰ ਜੋ ਹਰ ਹਿਰਦੇ ਸਦਾ ਵਸਾਏ। ਧਨ ਤਾਂ ਸਾਰਾ ਮਿਲ ਜਾਏਗਾ, ਪਰ ਇੱਕ ਵਾਰ ਸਾਰਾ ਛੱਡਣਾ ਪਏਗਾ। ਮਾਲਕ ਵੇਖਣਾ ਚਾਹੁੰਦਾ ਵੀ ਬੱਚਾ ਮੈਨੂੰ ਪਿਆਰ ਕਰਦਾ ਕਿ ਹਜੇ ਕਰਮ ਦੇ ਨਾਲ ਹੀ ਪਿਆਰ ਹੈ, ਧਨ ਦੌਲਤਾਂ ਦੇ ਨਾਲ ਹੀ ਪਿਆਰ। ਕਹਿੰਦੇ ਪਹਿਲਾਂ ਮਰਨ ਕਬੂਲ ਕਰ, ਜੀਵਨ ਕੀ ਛੱਡ ਆਸ। ਜਿਉਣ ਦੀ ਆਸ ਕੀ ਆਸ ਹੁੰਦੀ ਹੈ? ਖਾਸ ਤਰੀਕੇ ਨਾਲ ਅਸੀਂ ਜੀਵਨ ਜਿਉਣਾ ਚਾਹੁੰਦੇ ਹਾਂ ਵੀ ਮੇਰਾ ਆਹ ਕੰਮ ਬਣੇ, ਮੈਂ ਇੰਨੇ ਪੈਸੇ ਕਮਾਵਾਂ, ਮੈਂ ਵਿਦੇਸ਼ 'ਚ ਜਾਵਾਂ, ਮੈਂ ਬਿਜ਼ਨਸ ਕਰਾਂ। ਜੀਵਨ ਦੀ ਆਸ ਹੈ, ਮੇਰੇ ਬੱਚੇ ਹੋਣ, ਮੇਰੀ ਧਨ ਦੌਲਤ ਹੋਵੇ, ਮੇਰੇ ਸਰੀਰ ਨੂੰ ਕੁਛ ਨਾ ਹੋਵੇ, ਮੇਰੇ ਪਰਿਵਾਰ ਦੇ ਸਰੀਰਾਂ ਨੂੰ ਕੁਛ ਨਾ ਹੋਵੇ। ਇਹ ਜੀਵਨ ਦੀ ਆਸ। ਕਹਿੰਦੇ ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ। ਤੀਜੀ ਸ਼ਰਤ ਲਾਈ ਹੈ ਵੀ ਕਿਸੇ ਦੀ ਦੁਬਦਾ ਨਹੀਂ ਕਰਨੀ ਇੱਥੇ ਸਾਡੇ ਕੋਲ ਆ ਕੇ, ਉਹ ਮਾੜਾ ਹੈ ਜੀ, ਆ ਇਸ ਤਰ੍ਹਾਂ ਹੈ ਜੀ, ਨਿੰਦਿਆ ਕਰੀ ਜਾਵੇ, ਚੁਗਲੀ ਕਰੀ ਜਾਵੇ ਨਾ। ਊਚ ਨੀਚ ਦੀ ਗੱਲ ਨਹੀਂ ਕਰਨੀ ਇੱਥੇ ਆ ਕੇ, ਕੋਈ ਧੜੇਬਾਜ਼ੀਆਂ ਦੀ ਗੱਲ ਨਹੀਂ ਕਰਨੀ, ਕੋਈ ਸੁਣਾਉਣੀ ਨਹੀਂ। ਸਾਨੂੰ ਰੱਬ ਦੀ ਗੱਲ ਸੁਣਾਓ ਜਾਂ ਪੁੱਛੋ ਜਾਂ ਸੁਣਾਓ। ਮਿਲੇ ਸੰਤ ਕਿਛ ਸੁਣੀਐ ਕਹੀਐ, ਜਾਂ ਤਾਂ ਸਾਡੇ ਤੋਂ ਸੁਣ ਲਓ ਜਾਂ ਤੁਸੀਂ ਸੁਣਾ ਦਿਓ, ਅਸੀਂ ਵੀ ਰੱਬ ਦੀ ਸੁਣਾਵਾਂਗੇ। ਸਾਡੀ ਨਹੀਂ ਸੁਣਨੀ ਚਾਹੁੰਦੇ, ਤੁਸੀਂ ਰੱਬ ਦੀ ਸੁਣਾ ਦਿਓ, ਗੱਲ ਇੱਕ ਹੀ। ਪਰ ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ, ਤੋ ਆਓ ਹਮਾਰੇ ਪਾਸ। ਫਿਰ ਕਹਿੰਦੇ ਜੋ ਤੋ ਪ੍ਰੇਮ ਖੇਲਣ ਕਾ ਚਾਹੋ। ਹੋਰ ਕਹਿੰਦੇ ਨੇ ਜੇ ਪ੍ਰੇਮ ਖੇਡਣ ਦੀ ਚਾਹ ਹੈ ਫਿਰ ਇੱਥੇ ਬੈਠਿਆ ਜੇ ਇੱਥੇ ਸਿੱਖ ਕੇ ਕਹਾਣੀ ਅਕੱਥ ਦੀ, ਉਹਨੂੰ ਲਾਲਚ ਵਸ ਤੇ ਦੁਬਦਾ ਵਸ ਬਾਹਰ ਵਰਤਣਾ ਨਾ। ਜੋ ਤੋ ਪ੍ਰੇਮ ਖੇਲਣ ਕਾ ਚਾਹੋ, ਸਿਰ ਧਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀ। ਇਹ ਨਾ ਹੋਵੇ ਵੀ ਪਹਿਲਾਂ ਇੱਕ ਵਾਰੀ ਕਹਿ ਦਿਓ ਹਾਂ ਜੀ ਹਾਂ ਜੀ ਸਮਰਪਣ ਕਰ ਦਿੱਤਾ ਤੁਹਾਨੂੰ, ਬਾਅਦ ਵਿੱਚ ਆ ਕੇ ਨਾ ਜੀ ਗਲਤੀ ਹੋ ਗਈ, ਅਜੇ ਨਹੀਂ ਕੀਤਾ, ਫਿਰ ਕੁਝ ਵੀ ਨਹੀਂ ਮਿਲਣਾ। ਜੋ ਇੱਥੋਂ ਸਾਧ ਸੰਗਤ ਵਿੱਚੋਂ ਫਿਟਕਿਆ ਗਿਆ ਉਹਦੇ ਤੇ ਦੁਬਾਰਾ ਭਰੋਸਾ ਵੀ ਨਹੀਂ ਕੀਤਾ ਜਾਂਦਾ। ਸੋਚ ਲੈ ਸਮਰਪਣ ਕਰਨਾ ਹੈ, ਬਾਅਦ ਚ ਆਖੇ ਕਿਤੇ ਵੀ ਨਹੀਂ ਜੀ ਉਹ ਤਾਂ ਗਲਤੀ ਨਾਲ ਹੋਈ, ਸਮਰਪਣ ਹੋ ਗਿਆ ਸੀ, ਹੁਣ ਮੇਰਾ ਮਨ ਹੋ ਰਿਹਾ। ਫਿਰ ਕਹਿੰਦੇ ਫਿਰ ਨਹੀਂ ਕੁਛ। ਇਹ ਕਸਵੱਟੀ ਲਾਈ ਗੁਰਬਾਣੀ ਗੁਰੂ ਵਿੱਚ। ਹੁਣ ਜਿਹੜਾ ਇਸ ਕਸਵੱਟੀ ਤੇ ਉਤਰਦਾ ਹੈ ਫਿਰ ਉਹਨੂੰ ਕਹਿੰਦੇ ਨੇ ਜਪ ਮਨ ਸਤਨਾਮ ਸਦਾ ਸਤਨਾਮ। ਉਹਨੂੰ ਫਿਰ ਨਾਮ ਜਪਾਉਂਦੇ ਨੇ ਸੱਚ ਦਾ। ਸੱਚ ਦਾ ਨਾਮ ਕੀ ਹੈ? ਵਾਹਿਗੁਰੂ ਗੁਰ ਮੰਤਰ ਹੈ, ਜਪ ਹਉਮੈ ਕੋਈ। ਸੁਨੋ ਨੰਦ ਲਾਲ ਇਹ ਸਾਜ, ਪ੍ਰਗਟ ਕਰੂੰਗਾ ਆਪਣਾ ਰਾਜ। ਚਾਰ ਵਰਨ ਇੱਕ ਵਰਨ ਕਰਾਊਂ, ਵਾਹਿਗੁਰੂ ਕਾ ਜਾਪ ਜਪਾਊਂ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਸਾਡੀ ਇਹ ਕਹਾਣੀ ਸੁਣੋ, ਅਸੀਂ ਇਸ ਧਰਤੀ ਦੇ ਉੱਪਰ ਖਾਲਸਾ ਰਾਜ ਪ੍ਰਗਟ ਕਰਨਾ ਹੈ, ਨਾਮ ਦਾ, ਖਾਲਸੇ ਦਾ ਰਾਜ। ਚਾਰੇ ਵਰਨ ਇੱਕ ਵਰਨ ਕਰਕੇ ਕਿਵੇਂ ਕਰਾਂਗਾ? ਚਾਰੇ ਵਰਨਾਂ ਨੂੰ ਇੱਕ, ਕਹਿੰਦੇ ਵਾਹਿਗੁਰੂ ਕਾ ਜਾਪ ਜਪਾਊਂ। ਵਾਹਿਗੁਰੂ ਦਾ ਜਾਪ ਜਪਾਊਂਗਾ, ਚਾਰੇ ਵਰਨਾਂ ਨੂੰ ਹੀ ਬ੍ਰਹਮ ਦਾ ਭੇਤ ਦੇਊਂਗਾ। ਇਸ ਬ੍ਰਹਮ ਦੇ ਭੇਤ ਦੁਆਰਾ ਮੈਂ ਚਾਰੇ ਵਰਨ ਇੱਕ ਕਰਨੇ ਨੇ। ਮੈਂ ਬ੍ਰਾਹਮਣ ਨੂੰ ਵੀ ਭੇਤ ਦੇਊਂਗਾ, ਮੈਂ ਖੱਤਰੀ ਨੂੰ ਵੀ, ਮੈਂ ਸ਼ੂਦਰ ਨੂੰ, ਮੈਂ ਵੈਸ ਨੂੰ ਵੀ ਭੇਤ ਦੇਊਂਗਾ। ਭੇਤ ਦੇ ਕੇ ਸਾਰਿਆਂ ਨੂੰ ਸੱਚਖੰਡ ਲੈ ਕੇ ਜਾਊਂਗਾ। ਚਾਰ ਵਰਨ ਇੱਕ ਵਰਨ ਕਰਾਊਂਗਾ। ਕਿਵੇਂ? ਵਾਹਿਗੁਰੂ ਕਾ ਜਾਪ ਜਪਾਊਂ। ਵਾਹਿਗੁਰੂ ਦਾ ਜਾਪ ਜਪਾ ਕੇ ਸਾਰੇ ਇੱਕ ਕਰਾ ਲਵਾਂ। ਇਹ ਨਹੀਂ ਕਿ ਕਿਸੇ ਨੂੰ ਕਹਿਣਾ ਵੀ ਹੁਣ ਤੁਸੀਂ ਆਹ ਕੱਪੜਾ ਪਾ ਲਓ, ਆਹ ਧਾਰਨ ਕਰ ਲਓ, ਸੁੰਨਤ ਕਰਵਾ ਲਓ, ਕੇਸ ਰੱਖ ਲਓ, ਕੇਸ ਕਟਾ ਲਓ, ਇਸ ਤਰ੍ਹਾਂ ਦਾ ਨਹੀਂ। ਵਾਹਿਗੁਰੂ ਕਾ ਜਾਪ ਜਪਾ ਕੇ ਬ੍ਰਹਮ ਦੇ ਗਿਆਨ ਦੁਆਰਾ ਮੈਂ ਚਾਰੇ ਵਰਨਾਂ ਨੂੰ ਇੱਕ ਕਰ ਦਿਆਂਗਾ। ਨੰਦ ਲਾਲ ਨੂੰ ਉਹਨਾਂ ਦੇ ਬਚਨਾਂ 'ਚ ਕਹਿੰਦੇ ਨੇ, ਭਾਈ ਨੰਦ ਲਾਲ ਜੀ। ਹੁਣ ਆਪਾਂ ਵੀ ਆਪਦੇ ਮਨ ਨੂੰ ਇੱਕ ਕਰੀਏ। ਆਪਾਂ ਨਾਮ ਤਾਂ ਨਹੀਂ ਜਪਦੇ, ਆਪਣੀਆਂ ਆਸ਼ਾ ਮਨਸਾ ਹੀ ਬਹੁਤ ਨੇ। ਜਪਣ ਲੱਗਦੇ ਆ, ਦੋਸਤ ਬਣਾਏ ਹੋਏ ਨੇ ਅੰਦਰੋਂ ਪੰਜੇ ਦੂਤ। ਉਹ ਦੋਸਤ ਦੇਖਦੇ ਆ ਵੀ ਕਿਤੇ ਸਾਨੂੰ ਛੱਡ ਕੇ ਨਾਮ ਦੇ ਨਾਲ ਨਾ ਜੁੜ ਜਾਵੇ। ਉਹ ਅੰਦਰ ਆ ਸਾਡੇ ਮਨ ਦੇ ਸੂਖਮ ਕੰਨਾਂ ਦੇ ਕੋਲ ਖਲੋ ਕੇ ਕਹਿਣ ਲੱਗ ਪੈਂਦੇ ਨੇ, ਉਹ ਵੀ ਕੰਮ ਕਰਨਾ ਸੀ, ਆਹ ਵੀ ਕਰਨਾ ਸੀ। ਆਉਂਦੇ ਨਾ ਵਿਚਾਰ, ਅਰਦਾਸ ਕਰੀਏ, ਬੇਨਤੀ ਕਰੀਏ, ਦੁਨਿਆਵੀ ਕਰ ਜਾਂਦੀ, ਤੂੰ ਨਾਮ ਨਾ ਜਪ, ਪਹਿਲੋਂ ਆਹ ਕੰਮ ਕਰ ਲਾ। ਅਸੀਂ ਪੰਜਾਂ ਦੂਤਾਂ ਦੇ ਨਾਲ ਉੱਠ ਕੇ ਤੁਰ ਪੈਂਦੇ। ਸੋ ਜਿਹੜਾ ਇਹਨਾਂ ਦੂਤਾਂ ਦੇ ਨਾਲ ਯੁੱਧ ਕਰਕੇ ਗਗਨ ਦਮਾਮੇ ਦੇ ਵਿੱਚ ਪਹੁੰਚ ਗਿਆ, ਜੂਝ ਮਰਿਆ, ਸਰੀਰ ਦਾ, ਮਨ ਦਾ, ਤਨ ਦਾ ਫਿਕਰ ਨਹੀਂ ਕੀਤਾ, ਪੁਰਜਾ ਪੁਰਜਾ ਕੱਟ ਮਰਿਆ, ਕਬਹੂ ਨਾ ਛੱਡੈ ਖੇਤ, ਉਹ ਪ੍ਰਵਾਨ ਹੋਏਗਾ। ਜਿਹਨੂੰ ਕਹਿੰਦੇ ਨੇ ਗੁਰ ਕੇ ਬਾਣ ਬਜਰ ਕਲ ਛੇਦੀ, ਪ੍ਰਗਟਿਆ ਪਦ ਪ੍ਰਗਾਸਾ।
ਗੁਰੂ ਦਾ ਬਾਣ ਲੈ ਕੇ, ਗੁਰਮੰਤਰ ਲੈ ਕੇ ਜਿਹਨੇ ਬੱਜਰ ਕਲ ਬੱਜਰ ਵਿਚਾਰ ਸਾਡੇ ਅੰਦਰ ਖਤਮ ਕਰ ਲੈ, ਉਹਨੂੰ ਕਹਿੰਦੇ ਨੇ ਜਾ ਕੋ ਹਰ ਰੰਗ ਲਾਗੋ ਇਸ ਜੁਗ ਮੈਂ, ਸੋ ਕਹੀਅਤ ਹੈ ਸੂਰਾ। ਆਤਮ ਜਿਣੈ ਸਗਲ ਵਸ ਤਾਕੈ, ਜਾ ਕਾ ਸਤਿਗੁਰ ਪੂਰਾ। ਜਿਨੇ ਇਸ ਸੰਸਾਰ ਵਿੱਚ ਰਹਿੰਦਿਆਂ ਹਰੀ ਦਾ ਰੰਗ ਲਾ ਲਿਆ ਆਪਦੇ ਆਪ ਨੂੰ, ਸੂਰਮਾ ਉਹ ਹੈ ਵੀ ਜੋ ਇੰਨੇ ਭਾਰੀ ਕਰਮ ਗ੍ਰਸਤ ਵਿਚਾਰ ਫੁਰਨੇ ਜ਼ਮੀਨ ਜਦਾਤਾਂ ਦੇ ਕਰਮ ਕਰਦਾ ਹੋਇਆ ਵੀ ਸ਼ਬਦ ਜਪ ਗਿਆ, ਉਹ ਸੂਰਾ ਹੈ। ਦੁਨਿਆਵੀ ਜੀਵ ਜਪ ਨਹੀਂ ਸਕਦੇ ਕਿਉਂਕਿ ਉਹਨਾਂ ਨੂੰ ਮਾਇਆ ਦਾ ਰੰਗ ਚੜਿਆ ਹੋਇਆ, ਕੱਚਾ ਰੰਗ ਕਸੁੰਭ ਕਾ ਥੋੜੜਿਆਂ ਦਿਨ ਚਾਰ। ਇਹ ਤਨ ਮਾਇਆ ਪਾਹਿਆ ਪਿਆਰੇ, ਲੀਤੜਾ ਲਵ ਰਗਾਏ, ਮੇਰੇ ਕੰਤ ਨਾ ਭਾਵੈ ਚੋਲੜਾ ਪਿਆਰੇ, ਕਿਉਂ ਧਨ ਸੇਜੇ ਜਾਏ। ਮਹਾਰਾਜ ਕਹਿੰਦੇ ਉਹਨਾਂ ਨੇ ਤਾਂ ਕੱਚਾ ਰੰਗ ਚੜਾਇਆ ਹੋਇਆ ਮਾਇਆ ਦਾ ਰੰਗ। ਮਾਇਆ ਦਾ ਰੰਗ ਹੀ ਸਾਨੂੰ ਨਾਮ ਨਹੀਂ ਜਪਣ ਦਿੰਦਾ ਗੁਰਮੁਖ ਪਿਆਰਿਓ। ਨਾਮ ਜਪਣ ਦੇ ਵਿੱਚ ਔਂਕੜ ਕੀ ਆ ਤੁਸੀਂ ਦੇਖੋ ਤਾਂ ਸੀ ਨਾ ਵਿਚਾਰ ਕੇ ਵੀ ਨਾਮ ਜਪਣਾ ਚਾਹੁੰਦੇ ਆ, ਜਪਿਆ ਨਹੀਂ ਜਾਂਦਾ। ਕਿਉਂ? ਮਾਇਆ ਦਾ ਰੰਗ ਇੰਨਾ ਚੜਿਆ, ਗਰਮੈਸ਼ ਇੰਨੀ ਪਈ, ਫੁਰਨੇ ਆ ਗਏ, ਸਰੀਰ ਵਿੱਚ ਧਿਆਨ ਆ ਗਿਆ, ਕਦੇ ਇੱਧਰ ਕਦੇ ਉੱਧਰ, ਕਦੇ ਪਰਿਵਾਰ 'ਚ ਚਲਾ ਗਿਆ। ਤੇ ਮਹਾਰਾਜ ਜੀ ਕਹਿੰਦੇ ਸੂਰਮਾ ਹੋਏ ਜਿਹੜਾ ਇਸ ਮਾਇਆ ਦੇ ਵਿੱਚ ਦੰਗਲ ਵਿੱਚ ਖੇਡਦਾ ਖੇਡਦਾ ਜਾ ਕੋ ਹਰ ਰੰਗ ਲਾਗੋ ਇਸ ਨੂੰ, ਜਿਹੜਾ ਸਿਮਰਨ ਕਰਦਾ ਹੀ ਰਵੇ। ਜਿਹਨੂੰ ਰੰਗ ਲੱਗਾ ਹੋਊਗਾ ਉਹੀ ਕਰੂਗਾ, ਤੇ ਜਿੰਨਾ ਕੁ ਫਿੱਕਾ ਪੈਂਦਾ ਨਾਮ ਜਪ ਜਪ ਕੇ ਹੋਰ ਲਾ ਲੈਂਦੇ ਆ, ਸੋ ਕਹੀਅਤ ਹੈ ਸੂਰਾ। ਮਹਾਰਾਜ ਕਹਿੰਦੇ ਫਿਰ ਉਹ ਆਤਮਾ ਨੂੰ ਜਿੱਤਦਾ ਹੈ। ਆਤਮਾ ਪ੍ਰਾਤਮਾ ਇੱਕੋ ਕਰੈ, ਆਤਮ ਜਿਣੈ ਸਗਲ ਵਸ ਤਾਕੈ, ਤੇ ਸਾਰੀ ਸ੍ਰਿਸ਼ਟੀ ਮਾਲਕ ਉਹਦੇ ਵਸ ਕਰ ਦਿੰਦੇ ਆ। ਜਾ ਕਾ ਸਤਿਗੁਰ ਪੂਰਾ। ਜਦੋਂ ਪੂਰੇ ਹੁਆ, ਪੂਰੇ ਕੀ ਆ? ਸਭ ਕੁਛ ਪੂਰਾ, ਘਾਟਵਾਦ ਕਿਛ ਨਹੀਂ। ਪੂਰੇ ਨੇ ਜਿਹੜੇ ਪੂਰੇ ਦੀ ਸੇਵਾ ਕਰਦੇ ਨੇ, ਮਾਲਕ ਦੀ ਸੇਵਾ ਕਰਦੇ ਨੇ, ਉਹਨਾਂ ਨੂੰ ਵੀ ਉਹ ਮਾਲਕ ਪੂਰਾ ਕਰ ਲੈਂਦੇ ਆ। ਆਪਾਂ ਮਾਲਕ ਦੇ ਲੜ ਲੱਗੀਏ, ਸਿਮਰਨ ਕਰਕੇ ਵਿਚਾਰ ਹੀ ਸਾਡੇ ਰੁਕਾਵਟ ਨੇ। ਗੁਰਮੰਤਰ ਦੁਆਰਾ ਵਿਚਾਰਾਂ ਨੂੰ ਰੋਕ ਕੇ ਫਿਰ ਗੁਰਮੰਤਰ ਦੁਆਰਾ ਮਨ ਨੂੰ ਖੁਮਾਰੀ ਚੜਾ ਕੇ ਹੌਲੀ ਹੌਲੀ ਸਹਿਜ ਕਰਦਿਆਂ ਅੰਤਰਗਤ ਜਾ ਕੇ ਸੁੰਨ ਵਿੱਚ ਆਸਨ ਲਾਓ। ਉੱਥੇ ਸਾਰਾ ਖਜ਼ਾਨਾ ਪਿਆ, ਸਾਡੇ ਅੰਦਰਲੀ ਸੁੰਨ 'ਚ ਪਿਆ, ਅਨਹਦ ਸ਼ਬਦ ਵੱਜਦੇ ਪਏ ਆ। ਹੌਲੀ ਹੌਲੀ ਅਭਿਆਸ ਕਰਕੇ ਫਿਰ ਬੈਠੋ, ਫਿਰ ਅਭਿਆਸ ਕਰੋ, ਫਿਰ ਬੈਠੋ। ਸਭ ਅੰਦਰੋਂ ਸਾਜ਼ ਚੱਲ ਪੈਣਗੇ, ਘੁੰਗਰੂ ਦੇ, ਢੋਲਕੀਆਂ ਦੇ, ਕਰ ਕਰ ਤਾਲ ਪਖਾਵਜ, ਨੈਣੋ ਮਾਥੇ ਵਜੈ ਰਬਾਬਾ, ਸਭ ਚੱਲਦਾ ਗੁਰਬਾਣੀ। ਸਾਡਾ ਗੁਰ ਇਸ ਸਰੀਰ ਨੂੰ ਹੁਣ ਅਸੀਂ ਪ੍ਰੇਤ ਪਿੰਜਰ ਬਣਾਇਆ, ਵਿਚਾਰਾਂ ਦਾ ਘਰ ਬਣਾਇਆ, ਦੁਬਿਧਾ ਦਾ ਘਰ ਬਣਾਇਆ। ਇਸ ਸਰੀਰ ਨੂੰ ਅਸੀਂ ਮੰਦਰ ਬਣਾਉਣਾ ਹੈ, ਤੀਰਥ ਬਣਾਉਣਾ ਹੈ। ਤੀਰਥ ਹਰਿ ਕਾ ਨਾਉ, ਇਹਦੇ ਵਿੱਚ ਸਾਜ਼ ਚੱਲਣ, ਸਤਿਗੁਰ ਦੇ ਪ੍ਰਤੱਖ ਦਰਸ਼ਨ ਹੋਣ। ਆਸਨ ਲਾ ਕੇ ਬੈਠੇ ਹੋਏ ਆ, ਦੂਰੀ ਵੀ ਕੋਈ ਜ਼ਿਆਦਾ ਨਹੀਂ, ਨੇਤਰਾਂ ਵਿੱਚ ਸਤਿਗੁਰ ਨੇ, ਮਸਤਕ ਸਤਿਗੁਰ, ਪਰ ਸਾਨੂੰ ਦਰਸ਼ਨ ਨਹੀਂ ਹੋ ਰਹੇ। ਇਸ ਕਰਕੇ ਬੜੀ ਇੱਕ ਸੂਖਮ ਖੇਡ ਦੇ ਵਿੱਚ ਜਾਲ 'ਚ ਸਾਨੂੰ ਫਸਾ ਲਿਆ। ਆਪਾਂ ਉਸ ਚੀਜ਼ ਤੋਂ ਬਚਣਾ ਹੈ। ਆਓ ਫਿਰ ਜਿਸ ਸ਼ਬਦ ਦੁਆਰਾ ਅਸੀਂ ਮਨ ਨੂੰ ਵਸ ਕਰਨਾ ਹੈ, ਪੰਜਾਂ ਦੂਤਾਂ ਤੋਂ ਬਚਾਉਣਾ ਹੈ, ਵਿਚਾਰਾਂ ਦੀ ਮੈਲ ਉਤਾਰਨੀ ਹੈ, ਆਓ ਉਸੇ ਸ਼ਬਦ ਦਾ ਫਿਰ ਅਭਿਆਸ ਕਰਕੇ ਆਪਾਂ ਮਨ ਨੂੰ ਸਹਿਜ ਦੇ ਵਿੱਚ ਲੈ ਕੇ ਚੱਲੀਏ ਜੀ। ਉਪਰੰਤ ਸਮਾਪਤੀ ਹੋਏਗੀ। ਕਰੋ ਸ਼ੁਰੂ ਜੀ। ਵਾਹਿਗੁਰੂ 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 ਵਾਹਿਗੁਰੂ। ਨੇਤਰ ਬੰਦ ਕਰਕੇ ਅਭਿਆਸ ਕਰੋ ਪਿਆਰਿਓ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਗੁਰੂ
ਵਾਹਿਗੁਰੂ 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 ਵਾਹਿਗੁਰੂ